ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਨ, ਹਿਰਦੈ ਧਿਆਨ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਸ੍ਰੀ ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ, ਸ੍ਰੀ ਹਰਿ ਰਾਏ ਨਾਮੋ ਕਰ ਜੋਰੀ, ਨਾਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਾਰੋਂ ਤਾਰਾ ਪਰ ਪੁਨ ਪੁਨ ਸੀਸਾ, ਸਤਿਗੁਰ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ, ਤਬ ਸਿੱਖ ਧਾਏ ਲਸਟ ਕਾ ਹੱਥ ਕਰ, ਤਰਜਤ ਦੂਰ ਬਿਠਾਇਓ ਦ੍ਰਿੜ ਧਰ। ਸੰਗਤ ਇਮ ਬਿਲੋਕ ਵਿਸਮਾਈ, ਕਹਾਂ ਕਰੀ ਗੁਰ ਲਖੀ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਇਤਿਹਾਸ ਸਰਵਨ ਕਰਨ ਵਾਸਤੇ ਆਪਾਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜ ਕਰਕੇ ਬੈਠੇ। ਪਿਛਲੇ ਦੀਵਾਨ ਦੇ ਵਿੱਚ ਬਚਨ ਇਹ ਸਰਵਣ ਕੀਤੇ ਸਨ। ਇੱਕ ਸਿੱਖ ਬਾਣੀ ਪੜ੍ਹਦਾ ਪਿਆ, ਸਿੱਖ ਬਾਣੀ ਪੜ੍ਹਦਾ ਪਿਆ। ਸਤਿਗੁਰੂ ਮਹਾਰਾਜ ਸਾਹਿਬ ਜੀ ਕੁਝ ਸਮੇਂ ਵਾਸਤੇ ਚੁੱਪ ਰਹੇ ਤੇ ਬਾਅਦ ਵਿੱਚ ਮਹਾਰਾਜ ਨੇ ਹੁਕਮ ਕੀਤਾ, ਇਹ ਜਿਹੜਾ ਸਿੱਖ ਬਾਣੀ ਪੜ੍ਹਦਾ ਪਿਆ ਨਾ, ਡੰਡਾ ਲਿਜਾ ਕੇ ਤੇ ਡੰਡੇ ਦੇ ਨਾਲ ਇਹਨੂੰ ਕੁੱਟੋ। ਸਿੱਖ ਤੇ ਬਾਣੀ ਦਾ ਪਾਠ ਕਰ ਰਿਹਾ, ਪਰ ਮਹਾਰਾਜ ਦਾ ਹੁਕਮ ਪਾ ਕੇ ਦੋ ਸਿੱਖ ਡੰਡਾ ਲੈ ਕੇ ਗਏ, ਸੋਟਾ ਲੈ ਕੇ ਗਏ, ਇਹ ਸਿੱਖ ਨੂੰ ਕੁੱਟਣ ਵਾਸਤੇ।
ਇਹਦੇ ਕੁੱਟ ਕਿਉਂ ਪੈ ਰਹੀ ਹੈ? ਬਾਣੀ ਪੜਨ ਕਰਕੇ ਕਿਉਂ ਇਹਦੇ ਮਾਰ ਪਈ ਹੈ? ਇਹ ਕਾਰਨ ਕੀ ਹੈ? ਉਹ ਬਚਨ ਇਤਿਹਾਸ ਆਪਾਂ ਅੱਜ ਸਰਵਣ ਕਰਾਂਗੇ। ਆਓ ਮਨ ਦਾ ਧਿਆਨ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦਾ ਇਤਿਹਾਸ, ਗੁਰੂ ਪਾਤਸ਼ਾਹ ਦਾ ਜੀਵਨ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਬ ਸਿੱਖ ਧਾਏ ਲਸ਼ਟ ਕਾ ਹੱਥ ਕਰ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਹੁਕਮ ਕੀਤਾ ਨਾ ਵੀ ਉਹ ਜਿਹੜਾ ਸਿੱਖ ਬਾਣੀ ਪੜ੍ਹਦਾ ਪਿਆ ਇਹਨੂੰ ਡੰਡਿਆਂ ਦੇ ਨਾਲ ਕੁੱਟਿਆ ਜਾਵੇ, ਤੇ ਜਿਹੜੇ ਮਹਾਰਾਜ ਦੇ ਕੋਲ ਬੈਠੇ ਸਿੱਖ ਉਹਨਾਂ ਛੇਤੀ ਨਾਲ ਡੰਡੇ ਲਏ ਆਪਣੇ ਹੱਥਾਂ ਦੇ ਵਿੱਚ ਤੇ ਕਹਿਣ ਲੱਗੇ ਵੀ ਉਸ ਵੇਲੇ ਡੰਡਿਆਂ ਦੇ ਨਾਲ ਉਸ ਨੂੰ ਕੁੱਟਿਆ ਹੈ। ਤਰਜਤ ਦੂਰ ਬਿਠਾਇਓ ਦ੍ਰਿੜ ਧਰ। ਅਤੇ ਇਹਨੂੰ ਫੜ ਕੇ ਨਾਲੇ ਤੇ ਝਿੜਕਿਆ, ਨਾਲੇ ਬਾਕੀ ਸੰਗਤ ਨਾਲੋਂ ਵੱਖਰਾ ਬਿਠਾ ਦਿੱਤਾ ਅਤੇ ਬੰਨ੍ਹ ਦਿੱਤਾ ਉੱਥੇ ਚੰਗੇ ਤਰੀਕੇ ਦੇ ਨਾਲ। ਇਹ ਜਿਹੜੀ ਸਾਖੀ ਹੈ ਨਾ, ਇਹ ਕਈ ਗ੍ਰੰਥਾਂ ਵਿੱਚ ਲਿਖੀ ਹੋਈ ਹੈ। ਕਈਆਂ ਥਾਵਾਂ ਤੇ ਬਚਨ ਇਹ ਲਿਖਿਆ ਵੀ ਮਹਾਰਾਜ ਨੇ ਲਾਠੀ ਦੇ ਨਾਲ ਕੁੱਟਵਾਇਆ, ਕਈਆਂ ਵਿੱਚ ਇਹ ਬਚਨ ਲਿਖਿਆ ਵੀ ਲਾਠੀਆਂ ਦੇ ਨਾਲ ਕੁੱਟਵਾਇਆ, ਬਹੁਤੀਆਂ ਲਾਠੀਆਂ, ਬਹੁਤੇ ਡੰਡਿਆਂ ਦੇ ਨਾਲ। ਤੇ ਕਿਸੇ ਵਿਦਵਾਨ ਨੇ ਇਹ ਵੀ ਲਿਖਿਆ ਵੀ ਮਹਾਰਾਜ ਨੇ ਚਪੇੜਾਂ ਮਰਵਾਈਆਂ ਸਨ, ਵੀ ਉਹ ਜਿਹੜਾ ਸਿੱਖ ਬਾਣੀ ਪੜ੍ਹਦਾ ਪਿਆ ਨਾ ਉਹਦੇ ਚਪੇੜਾਂ ਮਾਰੋ ਜਾ ਕੇ। ਉਹਨੇ ਬਾਣੀ ਪੜ੍ਹਨ ਵਾਲੇ ਸਿੱਖ ਨੂੰ ਚਪੇੜਾਂ ਵੱਜੀਆਂ ਨੇ, ਕੋਈ ਡੰਡੇ ਵੱਜੇ। ਇਹਨੂੰ ਤਾੜ ਕੇ ਚੰਗੀ ਤਰ੍ਹਾਂ ਦਬਕਾ ਕੇ ਇੱਕ ਜਗ੍ਹਾ ਦੇ ਉੱਪਰ ਬਿਠਾਇਆ ਹੈ। ਸੰਗਤ ਇੰਬਲੋਕ ਬਿਸਮਾਈ। ਹੁਣ ਗੁਰਮੁਖੋ ਸੰਗਤ ਵੇਖਦੀ ਪਈ ਸੀ ਵੀ ਇਹ ਸਿੱਖ ਨਾਲੇ ਤੇ ਪਾਠ ਕਰਦਾ, ਨਾਲੇ ਇਹਨੂੰ ਘੁੱਟ ਪਈ ਹੈ। ਜਿਵੇਂ ਆਪਾਂ ਬੈਠੇ ਨਾ ਗੁਰੂ ਦਰਬਾਰ ਵਿੱਚ, ਇਸ ਤਰ੍ਹਾਂ ਸੰਗਤ ਬੈਠੀ ਹੋਈ ਦਸਵੇਂ ਪਾਤਸ਼ਾਹ ਮਹਾਰਾਜ ਦੇ ਕੋਲ। ਸੰਗਤਾਂ ਵੇਖ ਕੇ ਹੈਰਾਨ ਹੋ ਗਈਆਂ ਵੀ ਮਹਾਰਾਜ ਨੇ ਇਸ ਨੂੰ ਕਿਉਂ ਕੁੱਟਿਆ ਹੈ। ਕਹਾਂ ਕਰੀ ਗੁਰ ਲਖੀ ਨਾ ਜਾਈ। ਸਤਿਗੁਰਾਂ ਨੇ ਇਹ ਕੀ ਕੌਤਕ ਵਰਤਾਇਆ ਜਾਣਿਆ ਨਹੀਂ ਜਾਂਦਾ। ਇੱਕ ਪਾਸੇ ਤੇ ਮਹਾਰਾਜ ਕਹਿੰਦੇ ਬਾਣੀ ਪੜੋ, ਤੁਹਾਨੂੰ ਜਮਾਂ ਦੀ ਮਾਰ ਨਹੀਂ ਪਵੇਗੀ। ਦੂਜੇ ਪਾਸੇ ਜੇ ਬਾਣੀ ਪੜਦਾ ਪਿਆ ਤੇ ਮਹਾਰਾਜ ਆਪ ਹੀ ਉਹਨੂੰ ਕੁੱਟਦੇ ਪਏ, ਆਪ ਹੀ ਮਾਰਦੇ ਪਏ। ਸਤਿਗੁਰਾਂ ਦੀ ਇਹ ਗੱਲ ਜਾਣੀ ਨਹੀਂ ਜਾਂਦੀ ਵੀ ਮਹਾਰਾਜ ਨੇ ਬਾਣੀ ਪੜਨ ਵਾਲੇ ਸਿੱਖ ਨੂੰ ਕਿਉਂ ਕੁੱਟਿਆ ਹੈ। ਮਿਲ ਸਿੱਖਨ ਅਰਦਾਸ ਬਖਾਨੀ। ਪਰ ਗੁਰਮੁਖੋ ਮਹਾਰਾਜ ਦੇ ਸਿੱਖ ਬੜੇ ਜਾਗਰੂਕ ਨੇ, ਔਰ ਸਿੱਖ ਦਾ ਗੁਰੂ ਨਾਲ ਪਿਆਰ ਬੜਾ ਹੈ। ਜਿਵੇਂ ਪਿਤਾ ਪੁੱਤਰ ਦਾ ਪਿਆਰ ਹੁੰਦਾ ਨਾ, ਸਿੱਖਾਂ ਦਾ ਗੁਰੂ ਨਾਲ ਐਸਾ ਪਿਆਰ। ਜਦੋਂ ਮਨ ਵਿੱਚ ਇਹ ਸਵਾਲ ਪੈਦਾ ਹੋਇਆ ਨਾ ਵੀ ਕੁੱਟਿਆ ਕਿਉਂ, ਤੇ ਉਹ ਕਹਿੰਦੇ ਚਲੋ ਪੁੱਛ ਹੀ ਲਈਏ ਆਪਾਂ ਮਹਾਰਾਜ ਨੂੰ। ਸਤਿਗੁਰੂ ਸਾਹਮਣੇ ਹੀ ਬੈਠੇ, ਪੁੱਛ ਲਈਏ ਵੀ ਮਹਾਰਾਜ ਕੁੱਟਿਆ ਕਿਉਂ, ਸਿੱਖ ਤੇ ਬਾਣੀ ਪੜਦਾ ਪਿਆ। ਇਸ ਤਰ੍ਹਾਂ ਦੀ ਵਿਚਾਰ ਕਰਕੇ ਸਾਰੇ ਸਿੱਖਾਂ ਨੇ ਉੱਠ ਕੇ ਮਹਾਰਾਜ ਨੂੰ ਫਿਰ ਬੇਨਤੀ ਕੀਤੀ ਹੈ। ਸੱਚੇ ਪਾਤਸ਼ਾਹ ਗੁਣ ਖਾਨੀ। ਸੱਚੇ ਪਾਤਸ਼ਾਹ ਜੀ, ਆਪ ਜੀ ਗੁਣਾਂ ਦਾ ਘਰ ਹੋ, ਸੰਗਤਾਂ ਨੂੰ ਗੁਣ ਵੰਡਣ ਵਾਲੇ ਹੋ, ਗੁਣ ਦੇਣ ਵਾਲੇ ਹੋ। ਸਾਡੀ ਸਾਰੀ ਸੰਗਤ ਦੀ ਇੱਕ ਬੇਨਤੀ ਆਪ ਜੀ ਸੁਣਨਾ ਕਰੋ। ਇਹ ਸਿੱਖ ਰਾਵਰ ਕਿਉਂ ਮਰਵਾਇਓ। ਸਤਿਗੁਰਾਂ ਨੇ ਧਿਆਨ ਕੀਤਾ ਸੰਗਤ ਵੱਲ ਤੇ ਪੁੱਛਿਆ, ਕਹਿਣ ਲੱਗੇ ਦੱਸੋ ਭਾਈ ਕੀ ਸਵਾਲ ਹੈ। ਤੇ ਫਿਰ ਸੰਗਤ ਨੇ ਆਖਿਆ ਮਹਾਰਾਜ ਇਹ ਦੱਸੋ ਵੀ ਆਹ ਸਿੱਖ ਨੂੰ ਕੁੱਟ ਕਿਉਂ ਪਵਾਈ ਹੈ। ਸਿੱਖ ਤੇ ਬਾਣੀ ਪੜਦਾ ਪਿਆ, ਤੁਸੀਂ ਆਖਿਆ ਵੀ ਡੰਡਿਆਂ ਦੇ ਨਾਲ ਕੁੱਟੋ। ਮਹਾਰਾਜ ਇਹ ਦੱਸੋ ਵੀ ਇਹ ਸਿੱਖ ਨੂੰ ਕੁੱਟਿਆ ਕਿਉਂ ਗਿਆ ਹੈ, ਇਹਦੇ ਕੁੱਟ ਖਾਣ ਦਾ ਜਾਂ ਕੁੱਟਣ ਦਾ ਕਾਰਨ ਕੀ, ਆਪ ਜੀ ਦੱਸਣਾ ਕਰੋ। ਬਾਣੀ ਪੜਨ ਵਿਖੇ ਮਨ ਲਾਇਓ। ਇਹ ਸਿੱਖ ਤੇ ਮਨ ਲਾ ਕੇ ਬਾਣੀ ਪੜਦਾ ਪਿਆ, ਕਿਹੜਾ ਆਉਂਦਾ ਪਿਆ ਕਿਹੜਾ ਜਾਂਦਾ ਪਿਆ ਉਹਦਾ ਇਸ ਪਾਸੇ ਧਿਆਨ ਨਹੀਂ ਹੈ। ਉਹ ਤੇ ਹੱਥ ਵਿੱਚ ਪੋਥੀ ਲੈ ਕੇ ਤੇ ਮਨ ਜੋੜ ਕੇ ਬੜੇ ਧਿਆਨ ਨਾਲ ਬਾਣੀ ਪੜਦਾ ਹੈ। ਸਿੱਖ ਤੇ ਧਿਆਨ ਨਾਲ ਬਾਣੀ ਪੜਦਾ ਪਿਆ, ਤੁਸੀਂ ਆਖਦੇ ਹੋ ਵੀ ਇਹਨੂੰ ਡੰਡਿਆਂ ਨਾਲ ਕੁੱਟੋ। ਮਹਾਰਾਜ ਕੁੱਟਿਆ ਕਿਉਂ ਹੈ, ਅਸੀਂ ਇਹ ਪੁੱਛਣਾ ਚਾਹੁੰਦੇ ਹਾਂ। ਕਹਿਓ ਹੈ ਜਗ ਗੁਰ ਗੁਣ ਖਾਨੀ। ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਖਿਆ, ਕਹਿਣ ਲੱਗੇ ਭਾਈ ਅਸੀਂ ਐਵੇਂ ਨਹੀਂ ਇਹਨੂੰ ਸਜ਼ਾ ਦਿੱਤੀ, ਕੋਈ ਸਾਡਾ ਇਹਦੇ ਨਾਲ ਵੈਰ ਨਹੀਂ ਹੈ। ਜਗਤ ਦੇ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ ਵੀ ਇਹਨੇ ਇੱਕ ਗਲਤੀ ਕੀਤੀ ਹੈ, ਬਹੁਤ ਵੱਡੀ ਬਾਣੀ ਪੜ੍ਹਦਿਆਂ ਹੋਇਆ। ਉਸ ਗਲਤੀ ਦੀ ਅਸੀਂ ਇਹਨੂੰ ਸਜ਼ਾ ਦਿੱਤੀ ਹੈ। ਇੱਕ ਤੁਕ ਭੀ ਜੋ ਪੜ੍ਹੈ ਗੁਰਬਾਣੀ। ਇਹ ਗੁਰਬਾਣੀ ਦੀ ਇੱਕ ਤੁਕ ਪੜ੍ਹੀ ਇਹਨੇ, ਇੱਕ ਪੰਕਤੀ ਗੁਰਬਾਣੀ ਦੀ। ਆਪਾਂ ਪਾਠ ਕਰਦੇ ਨਾ ਜਪਜੀ ਸਾਹਿਬ ਦਾ, ਤੇ ਪਤਾ ਨਹੀਂ ਅਸੀਂ ਕਿੰਨੀਆਂ ਕੁ ਗਲਤੀਆਂ ਕਰਦੇ, ਗਿਣਤੀ ਕੋਈ ਨਹੀਂ ਹੈ।
ਮਹਾਰਾਜ ਕਹਿਣ ਲੱਗੇ ਬਾਕੀ ਪਾਠ ਤੇ ਇਹਨੇ ਠੀਕ ਕੀਤਾ, ਪਰ ਇੱਕ ਪੰਕਤੀ ਇਹਨੇ ਠੀਕ ਨਹੀਂ ਪੜ੍ਹੀ ਹੈ। ਇੱਕ ਪੰਕਤੀ ਠੀਕ ਨਹੀਂ ਪੜ੍ਹੀ ਤੇ ਤਾਂ ਅਸੀਂ ਕਿਹਾ ਵੀ ਕੁੱਟੋ ਇਸ ਨੂੰ। ਸੰਗਤ ਸਿੱਖ ਪੁੱਛਣ ਲੱਗ ਪਿਆ, ਮਹਾਰਾਜ ਇੱਕ ਪੰਕਤੀ ਵਿੱਚੋਂ ਜੇ ਇੱਕ ਸ਼ਬਦ ਗਲਤ ਪੜ੍ਹ ਵੀ ਲਿਆ ਤੇ ਤਾਂ ਕੀ ਹੋ ਗਿਆ? ਤੇ ਮਹਾਰਾਜ ਕਹਿੰਦੇ ਹਨ, ਜਗ ਤੇ ਤਿਸ ਕੋ ਹੋਏ ਉਧਾਰ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਗੁਰਮੁਖੋ ਬਚਨ ਇਹ ਹੈ, ਸਾਰੀ ਗੁਰਬਾਣੀ ਵਿੱਚੋਂ ਜੇ ਕਿਸੇ ਨੇ ਇੱਕ ਵੀ ਤੁਕ ਪੜ੍ਹ ਲਈ ਨਾ, ਇੱਕ ਪੰਕਤੀ ਪੜ੍ਹ ਲਈ ਮਨ ਜੋੜ ਕੇ, ਅਸੀਂ ਇਹ ਤੁਹਾਡੇ ਨਾਲ ਵਾਅਦਾ ਕਰਦੇ ਆਂ, ਬਚਨ ਕਰਦੇ ਆਂ ਵੀ ਸੰਸਾਰ ਤੋਂ ਉਹਨੂੰ ਮੁਕਤ ਕਰ ਦਿਆਂਗੇ। ਇੱਕ ਵਾਰੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਕਹਿਣ ਲੱਗੇ, ਜਿਨੇ ਮਨ ਜੋੜ ਕੇ ਇੱਕ ਪੰਕਤੀ ਪੜ੍ਹੀ ਹੈ, ਪਰ ਪੜ੍ਹੀ ਉਸ ਤਰ੍ਹਾਂ ਹੈ ਜਿਵੇਂ ਮਹਾਰਾਜ ਨੇ ਲਿਖੀ ਹੈ, ਉਹਨੂੰ ਇੱਕ ਪੰਕਤੀ ਨਾਲ ਹੀ ਅਸੀਂ ਮੁਕਤ ਕਰ ਦੇਵਾਂਗੇ। ਇਹ ਅਸੀਂ ਬਚਨ ਦਿੰਦੇ ਹਾਂ। ਇੱਕ ਪੰਕਤੀ ਦੇ ਨਾਲ ਉਹਦਾ ਉਧਾਰ ਹੋ ਜਾਂਦਾ ਹੈ, ਉਹ ਮੁਕਤ ਹੋ ਜਾਂਦਾ ਹੈ। ਕਿਨਕਾ ਏਕ ਜਿਸ ਜੀ ਬਸਾਵੈ ਤਾਕੀ ਮਹਿਮਾ ਜਨੀ ਨਾ। ਬਾਣੀ ਦਾ ਬਚਨ ਆਪਾਂ ਇਹ ਪੜ੍ਹਦੇ ਆ। ਸਤਿਗੁਰੂ ਕਹਿਣ ਲੱਗੇ, ਇੱਕ ਪੰਕਤੀ ਵੀ ਸਿੱਖ ਦਾ ਉਧਾਰ ਕਰ ਦਿੰਦੀ ਹੈ। ਇਹ ਸਿੱਖ ਪੜ੍ਹ ਤੋ ਓੰਕਾਰ। ਪਰ ਮਹਾਰਾਜ ਕਹਿਣ ਲੱਗੇ, ਇਹ ਜਿਹੜਾ ਸਿੱਖ ਹੈ ਨਾ, ਜਿਹਨੂੰ ਅਸੀਂ ਕੁੱਟਿਆ, ਇਹ ਦੱਖਣੀ ਓੰਕਾਰ ਦੀ ਬਾਣੀ ਪੜ੍ਹਦਾ। ਜਿਹੜੇ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨਾ ਜਾਣਦੇ ਨੇ ਜਾਂ ਪੜ੍ਹਦੇ ਨੇ, ਉਹਨਾਂ ਨੂੰ ਪਤਾ ਹੋਵੇਗਾ, ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਾ ਨਾਮ ਹੈ ਨਾ ਆਨੰਦ ਸਾਹਿਬ, ਇਸੇ ਤਰ੍ਹਾਂ ਹੀ ਇੱਕ ਬਾਣੀ ਹੈ, ਉਹਦਾ ਨਾਮ ਹੈ ਦੱਖਣੀ ਓੰਕਾਰ। ਤੇ ਮਹਾਰਾਜ ਕਹਿਣ ਲੱਗੇ, ਇਹ ਸਿੱਖ ਉਸ ਬਾਣੀ ਦਾ ਪਾਠ ਕਰਦਾ ਹੈ। ਤਿਸ ਪਰ ਮਾਰ ਲਾਠੀ ਅਨ ਖਾਈ। ਤਾਂ ਅਸੀਂ ਆਖਿਆ ਵੀ ਭਾਈ ਇਹਨੂੰ ਲਾਠੀ ਦੇ ਨਾਲ ਕੁੱਟੋ। ਬਾਣੀ ਤੇ ਦੱਖਣੀ ਓੰਕਾਰ ਪੜ੍ਹਦਾ ਪਿਆ, ਪਰ ਇਹਨੇ ਬਾਣੀ ਸਹੀ ਨਹੀਂ ਪੜ੍ਹੀ ਹੈ। ਬਾਣੀ ਸਾਡੇ ਅੰਗ ਨੇ। ਹੁਣ ਮੰਨ ਲਓ ਵੀ ਆਪਾਂ ਕਿਸੇ ਦੀ ਉਂਗਲ ਫੜ ਕੇ ਮਰੋੜ ਦਈਏ ਜਾਂ ਉਂਗਲ ਤੋੜ ਦਈਏ ਤੇ ਬਾਅਦ ਚ ਆਪਾਂ ਆਖੀਏ ਵੀ ਸਾਨੂੰ ਫਲ ਦੇ, ਉਹ ਸਾਨੂੰ ਫਲ ਥੋੜੀ ਦੇਵੇਗਾ, ਸਾਨੂੰ ਚਪੇੜਾ ਹੀ ਮਾਰੇਗਾ ਨਾ, ਵੀ ਤੂੰ ਮੇਰੀ ਉਂਗਲ ਤੋੜੀ ਹੈ ਜਾਂ ਮਰੋੜੀ ਹੈ, ਮੈਂ ਫਲ ਤੈਨੂੰ ਕਿੱਥੋਂ ਦੇਵਾਂ? ਸਤਿਗੁਰੂ ਕਹਿਣ ਲੱਗੇ, ਗੁਰਬਾਣੀ ਸਾਡੇ ਅੰਗ ਨੇ ਸਰੀਰ ਦੇ। ਜਦੋਂ ਕੋਈ ਸਿੱਖ ਗਲਤ ਪੰਕਤੀ ਪੜ੍ਹਦਾ ਹੈ, ਸਾਡੇ ਅੰਗ ਦਾ, ਸਰੀਰ ਦਾ ਉਹ ਅੰਗ ਜਿਹੜਾ ਮਰੋੜਿਆ ਜਾਂਦਾ ਹੈ। ਉਹ ਅੰਗ ਤੋੜਨ ਵਾਲੀ ਗੱਲ ਹੈ। ਮੰਨ ਲਓ ਵੀ ਉਂਗਲ ਦੀ ਹੱਡੀ ਤੋੜ ਦੇਣੀ ਮਰੋੜ ਕੇ, ਤੇ ਜੇ ਆਪਾਂ ਗੁਰੂ ਦੀ ਹੱਥ ਦੀ ਉਂਗਲ ਤੋੜਾਂਗੇ ਤੇ ਫਿਰ ਆਖਾਂਗੇ ਸਾਨੂੰ ਵਰ ਨਹੀਂ ਮਿਲਿਆ, ਤੇ ਵਰ ਕਿੱਥੋਂ ਮਿਲੇ? ਅਸੀਂ ਤੇ ਗੁਰੂ ਦੇ ਅੰਗ ਤੋੜਦੇ ਪਏ। ਗੁਰੂ ਦਾ ਅੰਗ ਤੋੜ ਕੇ ਕਹਿੰਦੇ ਆ ਵੀ ਸਾਨੂੰ ਫਲ ਨਹੀਂ ਮਿਲਿਆ ਬਾਣੀ ਦਾ। ਮਹਾਰਾਜ ਕਹਿਣ ਲੱਗੇ, ਭਾਈ ਇਹਨੇ ਸਾਡਾ ਅੰਗ ਤੋੜਿਆ। ਅਸੀਂ ਬੈਠੇ ਹੋਏ ਸਾਂ, ਇਹ ਬਾਣੀ ਪੜ੍ਹਦਾ ਪਿਆ, ਇਹਨੇ ਬਾਣੀ ਗਲਤ ਪੜ੍ਹੀ ਹੈ। ਬਾਣੀ ਗਲਤ ਪੜਨ ਦੇ ਨਾਲ ਸਾਡਾ ਅੰਗ ਟੁੱਟਿਆ, ਸਾਨੂੰ ਪੀੜ ਹੋਈ ਇੱਥੇ ਬੈਠਿਆਂ। ਤਾਂ ਅਸੀਂ ਆਖਿਆ ਗਲਤ ਬਾਣੀ ਪੜਨ ਵਾਲੇ ਨੂੰ ਡੰਡੇ ਦੇ ਨਾਲ ਕੁੱਟੋ। ਤਾਂ ਅਸੀਂ ਇਸ ਨੂੰ ਕੁੱਟ ਪਵਾਈ ਹੈ। ਆਓ ਉਧਾਰ ਹੋਏ ਕਿਮ ਬਨਿਆਈ। ਉਸ ਵੇਲੇ ਸੰਗਤਾਂ ਸਿੱਖਾਂ ਨੇ ਆਖਿਆ, ਕਹਿਣ ਲੱਗੇ ਜੇ ਸਿੱਖ ਬਾਣੀ ਗਲਤ ਪੜ੍ਹੇਗਾ, ਮਹਾਰਾਜ ਕਹਿਣ ਲੱਗੇ ਸਾਡੇ ਅੰਗ ਤੋੜੇਗਾ, ਫਿਰ ਸਿੱਖ ਦੀ ਮੁਕਤੀ ਕਿਵੇਂ ਹੋਵੇਗੀ? ਅਸੀਂ ਤੁਹਾਡੇ ਨਾਲ ਬਚਨ ਇਹ ਕਰਦੇ ਪਏ, ਸਿੱਖ ਇੱਕ ਪੰਕਤੀ ਵੀ ਸਹੀ ਪੜ੍ਹ ਲਵੇ ਭਾਵਨਾ ਦੇ ਨਾਲ, ਇੱਕ ਪੰਕਤੀ ਪੜ੍ਹਨ ਵਾਲਾ ਮੁਕਤ ਹੋ ਜਾਏਗਾ। ਪਰ ਜੇ ਸਿੱਖ ਸਾਡੇ ਅੰਗ ਤੋੜੀ ਜਾਵੇ, ਬਾਣੀ ਗਲਤ ਪੜ੍ਹੀ ਜਾਵੇ, ਫਿਰ ਸਿੱਖ ਮੁਕਤ ਕਿਵੇਂ ਹੋਵੇਗਾ? ਮੁਕਤ ਨਹੀਂ ਹੋਵੇਗਾ। ਅਸੀਂ ਸਿੱਖਾਂ ਨੂੰ ਬਾਣੀ ਦਿੱਤੀ ਹੈ ਮੁਕਤ ਹੋਣ ਵਾਸਤੇ, ਪਰ ਜੇ ਸਿੱਖ ਮੁਕਤ ਤੇ ਹੋਵੇ ਨਾ, ਬਲਕਿ ਸਾਡੇ ਸਰੀਰਾਂ ਨੂੰ ਦੁੱਖ ਦੇਵੇ, ਫਿਰ ਇਹਨਾਂ ਦਾ ਭਲਾ ਕਿਵੇਂ ਹੋ ਸਕਦਾ ਹੈ? ਸ਼੍ਰੀ ਮੁਖ ਤੇ ਮੁਸਕਾਏ ਬਖਾਨੀ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਗੁਰਮੁਖੋ ਜਿਹੜੀ ਗੁਰਬਾਣੀ ਹੈ ਨਾ, ਉਸ ਨੂੰ ਧਿਆਨ ਦੇ ਨਾਲ ਪੜ੍ਹੋ। ਕਿਸ ਤਰ੍ਹਾਂ ਪੜ੍ਹਦੇ ਪਏ ਦੱਸਦੇ ਹਨ। ਅਰਥ ਖੋਜ ਇਨ ਪਠੀ ਨ ਬਾਣੀ। ਇਹ ਸਿੱਖ ਨੇ ਬਾਣੀ ਪੜ੍ਹੀ ਜ਼ਰੂਰ ਹੈ, ਪਰ ਇਹਨੂੰ ਗੁਰਬਾਣੀ ਦੇ ਅਰਥਾਂ ਦਾ ਨਹੀਂ ਪਤਾ ਵੀ ਗੁਰਬਾਣੀ ਦਾ ਭਾਵ ਕੀ ਹੈ। ਆਪਾਂ ਵੀ ਕਈ ਵਾਰੀ ਪਾਠ ਕਰਦੇ ਨਾ, ਅਸੀਂ ਪਾਠ ਕਰਦੇ ਜਿਵੇਂ ਕਿਸੇ ਤੋਂ ਸੁਣਿਆ ਉਵੇਂ ਹੀ ਅਸੀਂ ਪੜ੍ਹੀ ਗਏ, ਨਾ ਅਸੀਂ ਸਿੱਖਿਆ ਤੇ ਨਹੀਂ, ਨਾ ਸਾਨੂੰ ਗੁਰਬਾਣੀ ਦੇ ਅਰਥ ਦਾ ਪਤਾ ਹੈ ਵੀ ਇਹ ਗੁਰਬਾਣੀ ਦਾ ਅਰਥ ਕੀ ਹੈ, ਇਹ ਗੁਰਬਾਣੀ ਕੀ ਆਖਦੀ ਹੈ। ਜਿਵੇਂ ਆਪਾਂ ਬਹੁਤਾ ਤੇ ਬਚਨ ਪੜ੍ਹਦੇ ਹਾਂ, ਏਕਾ ਮਾਈ ਜੁਗਤ ਵਿਆਹੀ। ਅਸੀਂ ਬਹੁਤੇ ਜਪਜੀ ਸਾਹਿਬ ਦਾ ਪਾਠ ਕਰਨ ਵਾਲੇ ਬਚਨ ਪੜ੍ਹਦੇ ਹਾਂ ਵਿਆਹੀ, ਪਰ ਮਹਾਰਾਜ ਨੇ ਵਿਆਹੀ ਨਹੀਂ ਲਿਖਿਆ, ਉੱਥੇ ਮਹਾਰਾਜ ਨੇ ਵਿਆਹੀ ਲਿਖਿਆ। ਹੁਣ ਵਿਆਹੀ ਦੇ ਵਿੱਚ ਤੇ ਵਿਆਹੀ ਦੇ ਵਿੱਚ ਫਰਕ ਹੈ। ਪਰ ਵਿਆਹੀ ਨੂੰ ਉਹ ਪੜ੍ਹੇਗਾ ਜਿਸ ਨੇ ਗੁਰਬਾਣੀ ਨੂੰ ਕਿਤਿਓਂ ਸਿੱਖਿਆ ਹੈ।
ਜਿਹਨੇ ਸਿੱਖਿਆ ਨਹੀਂ ਉਹ ਵਿਆਹੀ ਦੀ ਥਾਂ ਤੇ ਵਿਆਹੀ ਪੜ੍ਹੇਗਾ। ਏਕਾ ਮਾਈ ਜੁਗਤ ਵਿਆਹੀ, ਉੱਥੇ ਅਸੀਂ ਇਸ ਤਰ੍ਹਾਂ ਪੰਕਤੀ ਪੜ੍ਹਦੇ ਹਾਂ, ਪਰ ਮਹਾਰਾਜ ਨੇ ਉੱਥੇ ਵਿਆਹੀ ਨਹੀਂ ਲਿਖਿਆ। ਤੁਸੀਂ ਪੜ੍ਹ ਕੇ ਵੇਖ ਲਿਓ, ਉੱਥੇ ਵਿਆਹੀ ਲਿਖਿਆ, ਹਾਹੇ ਨਾਲ ਨਹੀਂ, ਈੜੀ ਨਾਲ ਲਿਖਿਆ। ਮਹਾਰਾਜ ਵਿਆਹੀ ਤੇ ਤਾਂ ਬਣਦਾ ਹਾਹੇ ਨਾਲ ਲਿਖਿਆ ਹੋਵੇ, ਪਰ ਮਹਾਰਾਜ ਨੇ ਈੜੀ ਪਾ ਕੇ, ਈੜੀ ਨੂੰ ਬਿਹਾਰੀ ਪਾ ਕੇ ਵਿਆਹੀ ਲਿਖਿਆ। ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਦੇ ਕਈ ਸ਼ਬਦ ਨੇ ਜਿਨ੍ਹਾਂ ਸ਼ਬਦਾਂ ਦਾ ਇੱਕ ਅੱਖਰ ਜਾਂ ਇੱਕ ਮਾਤਰਾ ਘੱਟ ਕਰ ਦਈਏ, ਗੁਰਬਾਣੀ ਦਾ ਅਰਥ ਤੋਂ ਉਲਟ ਅਨਰਥ ਬਣ ਜਾਂਦਾ। ਕਿਸੇ ਵਿਦਵਾਨ ਨੇ ਬੜਾ ਸੋਹਣਾ ਸਮਝਾਇਆ, ਕਹਿਣ ਲੱਗੇ ਇੱਕ ਸੂਰਮਾ ਸਿੱਖ ਨਾ ਗੁਰਬਾਣੀ ਦੇ ਅਰਥ ਕਰਦਾ ਪਿਆ। ਸੂਰਮਾ ਕਿਹਾ ਜਾਂਦਾ ਜਿਹਨੂੰ ਅੱਖਾਂ ਤੋਂ ਦਿਸਦਾ ਨਾ ਹੋਵੇ, ਉਹਨੂੰ ਅੱਖਾਂ ਤੋਂ ਦਿਸਦਾ ਨਹੀਂ, ਪਰ ਗੁਰਬਾਣੀ ਦੇ ਅਰਥ ਕਰਨੇ ਉਹ ਜਾਣਦਾ। ਅਰਥ ਕਰਦਾ ਪਿਆ ਤੇ ਨਾਲ ਇੱਕ ਸਿੱਖ ਬੈਠਾ ਪਾਠ ਕਰਦਾ ਪਿਆ। ਉਹ ਬਾਣੀ ਦੀ ਪੰਕਤੀ ਪੜ੍ਹੇ ਤੇ ਜਿਹੜਾ ਸੂਰਮਾ ਸਿੱਖ ਹੈ ਨਾ, ਜਿਹਨੂੰ ਦੀਦਾ ਨਹੀਂ, ਉਹ ਗੁਰਬਾਣੀ ਦੇ ਅਰਥ ਕਰਕੇ ਸੰਗਤ ਨੂੰ ਸੁਣਾਵੇ। ਤੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਬਚਨ ਪੜ੍ਹਿਆ, ਬਰਸੈ ਮੇਘ ਸਖੀ ਘਰ ਪਾਹਨ ਆਏ। ਮਹਾਰਾਜ ਨੇ ਇੱਥੇ ਹਾਹੇ ਨੂੰ ਔਂਕੜ ਪਾਇਆ। ਜਿਹੜੇ ਬਾਣੀ ਪੜ੍ਹਦੇ ਨੇ ਹਾਹੇ ਨੂੰ ਔਂਕੜ ਪਾ ਕੇ ਜੇ ਪਾਠ ਕਰਾਂਗੇ, ਘਰ ਪਾਹੁਨ ਆਏ। ਪਾਹੁਨ ਦੇ ਵਿੱਚ ਤੇ ਪਾਹਨ ਦੇ ਵਿੱਚ ਫਰਕ ਹੈ। ਫਰਕ ਸਿਰਫ ਇੱਕ ਮਾਤਰਾ ਦਾ ਹੀ ਹੈ, ਔਂਕੜ ਲੱਗੀ ਹੈ ਥੱਲੇ। ਜਦੋਂ ਸਿੱਖ ਨੇ ਪੜ੍ਹਿਆ ਨਾ ਘਰ ਪਾਹਨ ਆਏ, ਤੇ ਉਹ ਜਿਹੜਾ ਅਰਥ ਕਰਨ ਵਾਲਾ ਨਾ ਉਹਨੂੰ ਦਿਸਦਾ ਤੇ ਨਹੀਂ, ਪਰ ਉਹ ਕਹਿਣ ਲੱਗਾ ਵੀ ਗੁਰਬਾਣੀ ਦਾ ਅਰਥ ਬੰਨਾ ਨਹੀਂ, ਪੰਕਤੀ ਨੂੰ ਦੁਬਾਰਾ ਪੜ੍ਹ। ਦੁਬਾਰਾ ਪੜ੍ਹਿਆ ਉਹਨੇ, ਫਿਰ ਇਸੇ ਤਰ੍ਹਾਂ ਹੀ ਪੜ੍ਹਿਆ ਘਰ ਪਾਹਨ ਆਏ। ਨਹੀਂ ਗੱਲ ਬਣੀ ਹੈ। 2-3 ਵਾਰੀ ਆਖਿਆ ਦੁਬਾਰਾ ਪੜ੍ਹ, ਪਰ ਉੱਥੇ ਹੀ ਤੁਰਿਆ ਆਵੇ, ਉਹ ਵੇਖੇ ਹੀ ਨਾ ਵੀ ਮੇਰੀ ਗਲਤੀ ਕੀ ਹੈ। ਜਦੋਂ ਆਪਣੀ ਗਲਤੀ ਨੂੰ ਨਹੀਂ ਸੁਧਾਰਿਆ ਤੇ ਫਿਰ ਅਰਥ ਕਰਨ ਵਾਲੇ ਨੇ ਸਮਝਾਇਆ, ਕਹਿਣ ਲੱਗਾ ਜਿਸ ਤਰ੍ਹਾਂ ਪੰਕਤੀ ਤੂੰ ਪੜ੍ਹਦਾ ਨਾ, ਇਹਦਾ ਭਾਵ ਇਹ ਬਣਦਾ ਬਰਸਾ ਮੇਘ ਸਖੀ, ਬੱਦਲਾਂ ਦੇ ਵਿੱਚੋਂ ਮੀਂਹ ਪੈ ਰਿਹਾ, ਘਰ ਪਾਹਨ ਆਏ। ਪਾਹਨ ਨਾਮ ਪੱਥਰ ਦਾ ਹੈ। ਤੇਰੇ ਪਾਠ ਦੇ ਮੁਤਾਬਕ ਇਹ ਬਣੇਗਾ ਵੀ ਮੀਂਹ ਪੈਂਦਾ ਪਿਆ ਤੇ ਘਰ ਵਿੱਚ ਪੱਥਰ ਆਏ। ਇਹ ਤੇ ਕੁਝ ਵੀ ਨਾ ਬਣਿਆ, ਪੱਥਰ ਕਿੱਥੋਂ ਆਏ, ਕਿਉਂ ਆਏ? ਪਰ ਉਹਦਾ ਭਾਵ ਇਹ ਹੈ ਬਰਸਾ ਮੇਘ ਸਖੀ ਘਰ ਪਾਹੁਨ ਆਏ। ਪਾਹੁਨ ਨਾਮ ਹੈ ਪ੍ਰਾਹੁਣੇ ਦਾ। ਬੱਦਲਾਂ ਦਾ ਮੀਂਹ ਪੈਂਦਾ ਪਿਆ, ਘਰ ਵਿੱਚ ਪ੍ਰਾਹੁਣੇ ਚੱਲ ਕੇ ਆਏ। ਹੁਣ ਗੁਰਮੁਖੋ ਮਾਤਰਾ ਇੱਕੋ ਹੀ ਹੈ, ਜਿਹਨੂੰ ਆਪਾਂ ਕਹਿੰਦੇ ਆ ਔਂਕੜ। ਔਂਕੜ ਲਾਈ ਹੈ ਤੇ ਸ਼ਬਦ ਬਣ ਗਿਆ ਪਾਹੁਨ। ਪਾਹੁਨ ਤੋਂ ਭਾਵ ਪ੍ਰਾਹੁਣੇ। ਔਂਕੜ ਨਹੀਂ ਲਾਈ ਹੈ ਤੇ ਬਣ ਗਿਆ ਪਾਹਨ। ਪਾਹਨ ਕਹਿੰਦੇ ਪੱਥਰ। ਇੱਕ ਲਗ ਮਾਤਰਾ ਦੇ ਨਾਲ ਗੁਰਬਾਣੀ ਦਾ ਅਰਥ ਬਦਲ ਜਾਂਦਾ, ਪਰ ਅਸੀਂ ਇਸ ਗੱਲ ਵੱਲ ਧਿਆਨ ਨਹੀਂ ਦਿੰਦੇ। ਜਿਹੜਾ ਮੂੰਹੋਂ ਨਿਕਲ ਗਿਆ ਨਿਕਲ ਗਿਆ। ਸਾਨੂੰ ਪਤਾ ਨਹੀਂ ਹੈ ਵੀ ਸਾਡੀ ਇਸ ਗਲਤੀ ਨਾਲ ਅਰਥ ਬਦਲੇਗਾ। ਸਵਈਆਂ ਦੇ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਮਹਾਰਾਜ ਕਹਿਣ ਲੱਗੇ ਗੁਰਬਾਣੀ ਦਾ ਮਹਾਵਾਕ ਹੈ ਗੁਰੂ ਰਾਮਦਾਸ ਘਰ। ਇਹ ਬਚਨ ਆ ਗਿਆ ਨਾ ਸਵਈਆਂ ਦੇ ਵਿੱਚ। ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਆ। ਇਹ ਸਵਈਆਂ ਦੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਦਾ ਹੀ ਇਹ ਬਚਨ ਹੈ। ਬਚਨ ਕਿਵੇਂ ਹੈ? ਗੁਰ ਅਰਜਨ ਇੱਥੇ ਆ ਕੇ ਖਲੋਣਾ ਪਵੇਗਾ। ਘਰ ਗੁਰੂ ਰਾਮਦਾਸ, ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਭਗਤੀ ਦਾ ਅਵਤਾਰ ਲੈ ਕੇ ਆਏ। ਔਰ ਬਿਲਕੁਲ ਸਹੀ ਹੈ, ਗੁਰੂ ਰਾਮਦਾਸ ਪਿਤਾ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਪੁੱਤਰ ਨੇ। ਪੜਨ ਵਾਲੇ ਨੇ ਪੜਿਆ ਗੁਰ ਅਰਜਨ, ਗੁਰੂ ਅਰਜਨ ਦੇਵ ਪਾਤਸ਼ਾਹ ਇੱਥੇ ਰੁਕਣਾ ਹੈ। ਘਰ ਗੁਰੂ ਰਾਮਦਾਸ, ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਪੁੱਤਰ ਬਣੇ। ਪਰ ਜਿਨੇ ਨਹੀਂ ਨਾ ਸਿੱਖਿਆ, ਗੁਰਬਾਣੀ ਦੇ ਅਰਥਾਂ ਦਾ ਪਤਾ ਨਹੀਂ, ਤੁਸੀਂ ਕਿਤੇ ਨੋਟ ਕਰਕੇ ਵੇਖ ਲਿਓ, ਇਸੇ ਤਰ੍ਹਾਂ ਹੀ ਪੜਿਆ ਜਾਂਦਾ ਗੁਰ ਅਰਜਨ ਘਰ ਗੁਰੂ ਰਾਮਦਾਸ। ਜਿਹੜਾ ਘਰ ਸ਼ਬਦ ਹੈ ਉਹ ਗੁਰੂ ਰਾਮਦਾਸ ਦੇ ਨਾਲ ਅਗਲੇ ਬੰਨੇ ਜੋੜਨਾ ਸੀ, ਪਰ ਉਹਨੇ ਜੋੜ ਦਿੱਤਾ ਗੁਰੂ ਅਰਜਨ ਦੇਵ ਦੇ ਨਾਲ। ਤੇ ਕੀ ਬਣ ਗਿਆ? ਪਿਤਾ ਪੁੱਤਰ ਬਣ ਗਿਆ, ਪੁੱਤਰ ਪਿਤਾ ਬਣ ਗਿਆ। ਗੁਰ ਅਰਜਨ ਘਰ, ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਪੁੱਤਰ ਬਣ ਕੇ ਆਏ। ਇੱਕ ਗੁਰਬਾਣੀ ਦਾ ਵਿਸ਼ਰਾਮ ਲਾਉਣ ਦੇ ਨਾਲ
ਪਿਤਾ ਨੂੰ ਪੁੱਤਰ ਤੇ ਪੁੱਤਰ ਨੂੰ ਪਿਤਾ, ਉਲਟਾ ਕੰਮ ਹੋ ਗਿਆ। ਇਹ ਹੈ ਗੁਰਬਾਣੀ ਨੂੰ ਸਮਝਣ ਦੀ ਲੋੜ ਆ। ਅਸੀਂ ਸੋਚਦੇ ਹਾਂ ਕੋਈ ਗੱਲ ਨਹੀਂ, ਜਿਵੇਂ ਦੀ ਆਉਂਦੀ ਹੈ ਪੜ੍ਹ ਦਿਓ, ਮਹਾਰਾਜ ਮਾਫ ਕਰ ਦੇ। ਮਹਾਰਾਜ ਤੁਹਾਡੀ ਗਲਤੀ ਉਹ ਮਾਫ ਕਰਨਗੇ ਜਿਹੜੀ ਤੁਹਾਡੇ ਕੋਲੋਂ ਅਣਜਾਣੇ ਵਿੱਚ ਹੋਈ ਹੈ। ਜਾਣ ਬੁੱਝ ਕੇ ਕੀਤੀ ਗਈ ਗਲਤੀ ਮਾਫ ਨਹੀਂ ਹੁੰਦੀ, ਉਹਦੀ ਸਜ਼ਾ ਮਿਲਦੀ ਹੈ। ਆਪਾਂ ਬਚਨ ਪੜ੍ਹਦੇ ਹਾਂ, ਭਾਈ ਗੌਰਾ ਜੀ ਨੇ ਗੋਲੀ ਮਾਰ ਕੇ ਗੁਰੂ ਹਰਿ ਰਾਏ ਪਾਤਸ਼ਾਹ ਦੇ ਇੱਕ ਸਿੱਖ ਨੂੰ ਮਾਰ ਦਿੱਤਾ, ਤੇ ਫਿਰ ਭਾਈ ਗੌਰਾ ਜੀ ਨੇ ਮਾਫੀ ਮੰਗੀ, ਮਹਾਰਾਜ ਮੈਂ ਮਾਰ ਬੈਠਾ, ਗਲਤੀ ਹੋ ਗਈ। ਮਹਾਰਾਜ ਕਹਿਣ ਲੱਗੇ ਗਲਤੀ ਨਹੀਂ ਹੋਈ, ਇਹ ਜਾਣ ਬੁੱਝ ਕੇ ਕੀਤਾ ਗਿਆ ਕੰਮ ਹੈ, ਇਹਦੀ ਮਾਫੀ ਨਹੀਂ ਮਿਲੇਗੀ। 101 ਸਰਾਫ ਗੁਰੂ ਹਰਿ ਰਾਏ ਮਹਾਰਾਜ ਨੇ ਭਾਈ ਗੌਰੇ ਨੂੰ ਦਿੱਤਾ। ਤੂੰ ਜਾਣ ਬੁੱਝ ਕੇ ਗਲਤੀ ਕੀਤੀ ਹੈ, ਜਾਣ ਬੁੱਝ ਕੇ ਕੀਤੀ ਗਲਤੀ ਮਾਫ ਨਹੀਂ। ਅਣਗਹਿਲੀ ਵਿੱਚ ਕੀਤੀ ਹੋਈ ਗਲਤੀ ਮਾਫ ਨਹੀਂ, ਲਾਪਰਵਾਹੀ ਦੇ ਨਾਲ ਕੀਤੀ ਹੋਈ ਮਾਫ ਨਹੀਂ ਹੋਣੀ। ਪਰ ਅਸੀਂ ਆਖ ਦਿੰਦੇ ਮੈਂ ਤੇ ਮਾਫੀ ਮੰਗ ਲਈ, ਮਾਫ ਹੋ ਗਿਆ। ਕਿਵੇਂ ਮਾਫ ਹੋ ਗਿਆ? ਮਾਫੀ ਤਾਂ ਹੈ ਅਣਜਾਣੇ ਵਿੱਚ ਹੋਈ ਹੈ, ਜਾਣ ਬੁੱਝ ਕੇ ਲਾਪਰਵਾਹੀ ਨਾਲ ਕੀਤੀ ਹੈ, ਫਲ ਦੇਣਾ ਪਵੇਗਾ। ਇਹ ਮੈਂ ਗੁਰਬਾਣੀ ਦੀਆਂ ਕੁਝ ਪੰਕਤੀਆਂ ਤੁਹਾਡੇ ਸਾਹਮਣੇ ਰੱਖੀਆਂ ਨੇ ਵੀ ਅਸੀਂ ਪਾਠ ਇਸ ਤਰ੍ਹਾਂ ਕਰਦੇ ਹਾਂ, ਔਰ ਇਸ ਤਰ੍ਹਾਂ ਕਰਨ ਦੇ ਨਾਲ ਗੁਰਬਾਣੀ ਦੇ ਅਰਥ ਇਦਾਂ ਬਦਲ ਜਾਂਦੇ ਨੇ, ਹੋਰ ਦਾ ਹੋਰ ਹੀ ਕੁਝ ਬਣ ਜਾਂਦਾ ਹੈ। ਹੁਣ ਇਹ ਸਿੱਖ ਪਾਠ ਕਰਦਾ ਪਿਆ ਨਾ, ਮਹਾਰਾਜ ਕਹਿਣ ਲੱਗੇ ਸਿੱਖ ਨੇ ਪਾਠ ਕੀਤਾ ਹੈ, ਚੰਗੀ ਗੱਲ ਹੈ, ਪਰ ਇਹਨੂੰ ਅਰਥਾਂ ਬਾਰੇ ਨਹੀਂ ਪਤਾ, ਇਹਨੇ ਅਰਥ ਗਲਤ ਜਾਣ ਕਰਕੇ ਤੇ ਗਲਤ ਬਾਣੀ ਪੜ੍ਹੀ ਹੈ। ਕਿਵੇਂ ਗਲਤ ਪੜ੍ਹੀ ਹੈ ਉਹ ਮਹਾਰਾਜ ਦੱਸਦੇ ਹਨ। ਆਨੋ ਅਬੈ ਹਜ਼ੂਰ ਹਕਾਰੂ, ਮਹਾਰਾਜ ਕਹਿਣ ਲੱਗੇ ਅਸੀਂ ਇਹ ਗੱਲ ਪਿੱਠ ਪਿੱਛੇ ਨਹੀਂ ਕਰਾਂਗੇ, ਜਾਓ ਹੁਣ ਉਹਨੂੰ ਬੁਲਾ ਕੇ ਸਾਡੇ ਕੋਲ ਲਿਆਓ। ਲਿਆਂਦਾ ਗਿਆ, ਸੰਗਤ ਵਿੱਚ ਉਹ ਸਿੱਖ ਨੂੰ ਲੈ ਕੇ ਆਏ ਹਨ। ਸੁਨੋ ਸਰਬ ਤੁਮ ਜਥਾ ਉਚਾਰੋ, ਮਹਾਰਾਜ ਕਹਿਣ ਲੱਗੇ ਐ ਭਾਈ ਸਿੱਖਾ, ਸੁਣ ਸਾਡਾ ਬਚਨ ਧਿਆਨ ਦੇ ਨਾਲ, ਔਰ ਤੁਸੀਂ ਸਾਰੇ ਸੁਣੋ ਵੀ ਇਹ ਸਿੱਖ ਨੇ ਕੀ ਗਲਤ ਆਖਿਆ, ਅਸੀਂ ਕਿਉਂ ਕਿਹਾ ਵੀ ਇਹਨੂੰ ਡੰਡਿਆਂ ਨਾਲ ਕੁੱਟੋ। ਸਾਰੇ ਜਾਣੇ ਸੁਣੋ, ਇਹ ਸਿੱਖ ਨੇ ਇਹ ਬਚਨ ਇੱਥੇ ਗਲਤ ਆਖਿਆ ਹੈ। ਸੁਣ ਕਰ ਲਿਆਏ ਬਿਠਾਏ ਵਤੀਰ, ਮਹਾਰਾਜ ਸਾਹਿਬ ਜੀ ਦਾ ਹੁਕਮ ਮੰਨ ਕੇ ਨਾ ਉਹ ਜਿਹੜਾ ਸਿੱਖ ਬਾਹਰ ਬੰਨ ਕੇ ਬਿਠਾਇਆ ਸੀ, ਜਿਹਨੇ ਬਾਣੀ ਗਲਤ ਪੜ੍ਹੀ ਹੈ, ਉਹਨੂੰ ਉੱਥੋਂ ਲਿਆ ਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਬਿਠਾਇਆ। ਤੇ ਕੋਲ ਬਿਠਾ ਕੇ ਫਿਰ ਉਸ ਵੇਲੇ ਸਿੱਖਾ ਪੜ੍ਹੀਏ ਕਹਿਓ ਗਹੀਰ, ਮਹਾਰਾਜ ਨੇ ਆਖਿਆ, ਕਹਿਣ ਲੱਗੇ ਸਿੱਖਾ ਜਿਹੜੀ ਬਾਣੀ ਉੱਥੇ ਇਕੱਲਾ ਬੈਠ ਕੇ ਪੜ੍ਹਦਾ ਸੀ ਨਾ, ਇੱਥੇ ਸਾਰਿਆਂ ਦੇ ਸਾਹਮਣੇ ਪੜ੍ਹ। ਇਹ ਮਹਾਰਾਜ ਨੇ ਆਖਿਆ। ਕਿਸੇ ਦੇ ਮਨ ਵਿੱਚ ਇਹ ਨਾ ਰਵੇ ਵੀ ਮਹਾਰਾਜ ਨੇ ਜਾਣ ਕੇ ਕੁੱਟ ਪਵਾਈ ਹੈ। ਸਤਿਗੁਰੂ ਕਹਿਣ ਲੱਗੇ ਸਾਰਿਆਂ ਨੂੰ ਸੁਣਾ ਕੇ ਕਰੀ ਦੁਬਾਰਾ ਪਾਠ, ਕਿਉਂਕਿ ਜਿਹੜੀ ਗਲਤੀ ਇੱਕ ਵਾਰੀ ਕੀਤੀ ਹੈ ਦੂਜੀ ਵਾਰੀ ਵੀ ਉਹ ਕਰੇਗਾ, ਨਾਲੇ ਸੰਗਤ ਨੂੰ ਪਤਾ ਲੱਗ ਜਾਏਗਾ। ਮਹਾਰਾਜ ਨੇ ਆਖਿਆ ਭਾਈ ਜਿਹੜੀ ਬਾਣੀ ਤੂੰ ਕੱਲਾ ਪੜ੍ਹਦਾ ਪਿਆ ਸੀ ਉਹ ਦੁਬਾਰਾ ਫਿਰ ਸੰਗਤ ਨੂੰ ਪੜ੍ਹ ਕੇ ਸੁਣਾਉਣਾ ਕਰ। ਅਬ ਸਿੱਖ ਨੇ ਤੁਗਤੇ ਵੈ ਉਚਾਰੀ, ਕਹਿਣ ਲੱਗੇ ਵੀ ਉਹ ਜਿਹੜਾ ਸਿੱਖ ਸੀ ਨਾ ਜਿਹਨੂੰ ਕੁੱਟ ਪਈ ਹੈ, ਉਹਨੇ ਉਸੇ ਤਰ੍ਹਾਂ ਹੀ ਫੇਰ ਉਹ ਗੁਰਬਾਣੀ ਦੀ ਪੰਕਤੀ ਪੜ੍ਹੀ ਜਿਵੇਂ ਪਹਿਲਾਂ ਪੜ੍ਹੀ ਸੀ, ਜਿਸ ਕਰਕੇ ਕੁੱਟ ਪਈ ਹੈ, ਉਸੇ ਤਰ੍ਹਾਂ ਦੁਬਾਰਾ ਫਿਰ ਉਹ ਗੁਰਬਾਣੀ ਦੀ ਪੰਕਤੀ ਨੂੰ ਗਲਤ ਪੜਿਆ ਹੈ। ਵਿਪਰੈ ਅਰਥ ਸੋ ਜਾਸ ਮਝਾਰੀ, ਉਸ ਵੇਲੇ ਉਸ ਗੁਰਬਾਣੀ ਦਾ ਅਰਥ ਮਹਾਰਾਜ ਕਹਿਣ ਲੱਗੇ ਉਹ ਸਿੱਖਾ ਤੇਰੀ ਇੱਕ ਪੰਕਤੀ ਨੇ ਗੁਰਬਾਣੀ ਦਾ ਅਰਥ ਉਲਟਾ ਕਰ ਦਿੱਤਾ, ਖਤਮ ਹੀ ਕਰ ਦਿੱਤਾ, ਬਲਕਿ ਨੀਵਾਂ ਹੀ ਕਰ ਦਿੱਤਾ। ਮਹਾਰਾਜ ਕਹਿੰਦੇ ਹਨ ਸੁਣ ਸ਼੍ਰੀ ਮੁਕਤੇ ਤਾਹੇ ਬਖਾਨੀ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਲਓ ਸੰਗਤ ਜੀ ਅਸੀਂ ਪੜ੍ਹ ਕੇ ਸੁਣਾਉਂਦੇ ਹਾਂ। ਹੁਣੇ ਇਹ ਸਿੱਖ ਨੇ ਪੜ੍ਹ ਕੇ ਸੁਣਾਈ ਹੈ, ਇਹਨੇ ਪੜ੍ਹੀ ਹੈ ਗਲਤ, ਹੁਣ ਅਸੀਂ ਤੁਹਾਨੂੰ ਪੜ੍ਹ ਕੇ ਸੁਣਾਉਣੇ ਆ ਵੀ ਇਹਦਾ ਭਾਵ ਕੀ ਹੈ, ਮਤਲਬ ਕੀ ਹੈ। ਸਤਿਗੁਰੂ ਫਿਰ ਆਪਣੇ ਮੁਖ ਤੋਂ ਪੜ੍ਹ ਕੇ ਸੁਣਾਉਂਦੇ ਹਨ। ਇਮ ਦੁੱਖ ਪੜੋ ਅਰਥ ਇਹੋ ਜਾਣੀ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਹਿਲਾਂ ਅਸੀਂ ਤੁਹਾਨੂੰ ਪੰਕਤੀ ਪੜ੍ਹ ਕੇ ਸੁਣਾਵਾਂਗੇ ਗੁਰਬਾਣੀ ਦੀ, ਫਿਰ ਤੁਹਾਨੂੰ ਉਹਦੇ ਅਰਥ ਵੀ ਕਰਕੇ ਦੱਸਾਂਗੇ ਇਹ ਸਿੱਖ ਨੇ ਕਿੱਥੋਂ ਗਲਤੀ ਕੀਤੀ ਹੈ, ਕਿੱਥੋਂ ਸਹੀ ਪੜ੍ਹੀ ਹੈ, ਔਰ ਪੜ੍ਹਨੀ ਕਿਵੇਂ ਹੈ, ਉਹ ਮਹਾਰਾਜ ਸੁਣਾਉਣ ਲੱਗੇ ਹਨ। ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ। ਸਤਿਗੁਰਾਂ ਨੇ ਇਹ ਗੁਰਬਾਣੀ ਦੀ ਪੰਕਤੀ ਗੁਰਮੁਖੋਂ ਦੱਖਣੀ ਓੰਕਾਰ 'ਚ ਲਿਖੀ ਹੈ, ਜਾਂ ਜੇ ਤੁਸੀਂ ਸਿੱਧਾ ਜਿਹਾ ਸਮਝਣਾ ਚਾਹੁੰਦੇ ਹੋ ਨਾ ਤੇ ਇਹ ਬਾਣੀ ਦੀ ਪੰਕਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਹੈ। ਇਹਦਾ ਮਤਲਬ ਇਹ ਹੈ ਕਰਤੇ ਕੀਮਤ ਕਰਤਾ ਜਾਣੈ, ਜਿਹੜਾ ਕਰਤਾ ਦੁਨੀਆ ਬਣਾਉਣ ਵਾਲਾ ਨਾ ਪ੍ਰਮਾਤਮਾ, ਉਹ ਆਪਣੇ ਵਿਧੀ ਵਿਧਾਨ ਨੂੰ ਆਪਣੀ ਮਰਿਆਦਾ ਨੂੰ ਆਪ ਜਾਣਦਾ। ਕੇਵਲ ਤੇ ਕੇਵਲ ਇੱਕ ਪਰਮਾਤਮਾ ਜਿਹਨੇ ਸ੍ਰਿਸ਼ਟੀ ਬਣਾਈ ਹੈ,
ਉਹ ਆਪਣੇ ਹੁਕਮ ਨੂੰ ਆਪੇ ਜਾਣਦਾ ਹੈ, ਆਪਣੀ ਮਰਿਆਦਾ ਨੂੰ ਵੀ ਆਪੇ ਜਾਣਦਾ ਹੈ। ਇਹਦਾ ਮਤਲਬ ਇਹ ਹੈ। ਅੱਗੇ ਬਚਨ ਆ ਗਿਆ ਹੈ, ਕੈ ਜਾਣੇ ਗੁਰ ਸੂਰਾ। ਕੈ ਤੋਂ ਭਾਵ ਹੁੰਦਾ ਜਾਂ ਫਿਰ ਆਪਾਂ ਆਖਦੇ ਆਹ ਕੰਮ ਇਸ ਤਰ੍ਹਾਂ ਹੋ ਸਕਦਾ, ਜੇ ਇਸ ਤਰ੍ਹਾਂ ਨਹੀਂ ਹੋ ਸਕਦਾ ਫਿਰ ਇਸ ਤਰ੍ਹਾਂ ਹੋ ਸਕਦਾ ਹੈ। ਮਹਾਰਾਜ ਕਹਿਣ ਲੱਗੇ ਪ੍ਰਮਾਤਮਾ ਆਪਣੀ ਮਰਿਆਦਾ ਨੂੰ ਆਪ ਜਾਣਦਾ ਹੈ। ਜੇ ਪ੍ਰਮਾਤਮਾ ਆਪਣੀ ਮਰਿਆਦਾ ਨੂੰ ਜਾਣਦਾ, ਜਾਂ ਉਸ ਪ੍ਰਮਾਤਮਾ ਤੋਂ ਬਿਨਾ ਪੂਰਾ ਗੁਰੂ ਜਾਣਦਾ ਹੈ। ਕਿਉਂਕਿ ਗੁਰ ਪਰਮੇਸ਼ਰ ਏਕੋ ਜਾਨ, ਗੁਰੂ ਤੇ ਪਰਮੇਸ਼ਰ ਦੋਨੇ ਇੱਕੋ ਹੀ ਨੇ। ਪਰਮਾਤਮਾ ਨੇ ਕੀ ਕਰਨਾ ਹੈ ਪਰਮਾਤਮਾ ਨੂੰ ਪਤਾ, ਪਰਮਾਤਮਾ ਨੇ ਕੀ ਕਰਨਾ ਇਹ ਗੁਰੂ ਨੂੰ ਪਤਾ ਹੈ। ਗੁਰੂ ਨੂੰ ਪਤਾ ਵੀ ਕੱਲ ਨੂੰ ਕੀ ਹੋਣਾ। ਇਤਿਹਾਸ ਦੇ ਵਿੱਚ ਕਈ ਸਾਖੀਆਂ ਆਉਂਦੀਆਂ। ਪੈਂਦੇ ਖਾਨ ਦੇ ਘਰ ਵਿੱਚ ਇੱਕ ਲੜਕੀ ਪੈਦਾ ਹੋਈ। ਪੈਂਦੇ ਖਾਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਇੱਕ ਸਿਪਾਹੀ ਹੈ। ਮਹਾਰਾਜ ਤੁਰੇ ਜਾ ਰਹੇ ਤੇ ਸਿੱਖਾਂ ਨੇ ਦੌੜ ਕੇ ਦੱਸਿਆ, ਮਹਾਰਾਜ ਜਿਹੜਾ ਤੁਹਾਡਾ ਸਿਪਾਹੀ ਹੈ ਨਾ ਪੈਂਦੇ ਖਾਨ, ਉਹਦੇ ਘਰ ਵਿੱਚ ਲੜਕੀ ਪੈਦਾ ਹੋਈ ਹੈ। ਤੇ ਮਹਾਰਾਜ ਇਹ ਬਚਨ ਸੁਣ ਕੇ ਹੱਸ ਪਏ। ਤੇ ਸਿੱਖਾਂ ਦੇ ਮਨ ਵਿੱਚ ਸਵਾਲ ਪੈਦਾ ਹੋ ਗਿਆ ਵੀ ਹੱਸਣ ਵਾਲੀ ਗੱਲ ਤੇ ਨਹੀਂ, ਪਰ ਹੱਸੇ ਕਿਉਂ? ਪੁੱਛ ਲਿਆ ਮਹਾਰਾਜ ਹੱਸੇ ਕਿਉਂ, ਕਾਰਨ ਕੀ ਹੈ? ਸਤਿਗੁਰੂ ਕਹਿਣ ਲੱਗੇ ਨਹੀਂ, ਕਾਰਨ ਕੋਈ ਨਹੀਂ ਹੈ। ਦੁਬਾਰਾ ਫਿਰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕਾਰਨ ਬਿਨਾਂ ਤੇ ਤੁਸੀਂ ਹੱਸ ਨਹੀਂ ਸਕਦੇ, ਕੋਈ ਗੱਲ ਜ਼ਰੂਰ ਹੈ, ਆਪ ਜੀ ਕਿਰਪਾ ਕਰਕੇ ਦੱਸ ਦਿਓ। ਮਹਾਰਾਜ ਕਹਿਣ ਲੱਗੇ ਖਾਲਸਾ ਜੀ ਬਚਨ ਤੇ ਦੱਸ ਦਿੰਦੇ ਆ, ਪਰ ਅੱਗੇ ਨਾ ਦੱਸਿਓ, ਆਪਣੇ ਕੋਲ ਹੀ ਰੱਖ ਲਿਓ। ਮਹਾਰਾਜ ਨਹੀਂ ਦੱਸਾਂਗੇ, ਸਾਨੂੰ ਦੱਸੋ ਵੀ ਕੀ ਗੱਲ ਹੈ। ਸਤਿਗੁਰੂ ਕਹਿਣ ਲੱਗੇ ਇਹ ਪੈਂਦੇ ਖਾਨ ਦੇ ਘਰ ਵਿੱਚ ਜਿਹੜੀ ਲੜਕੀ ਪੈਦਾ ਹੋਈ ਹੈ ਨਾ, ਇਸ ਲੜਕੀ ਨੇ ਪੈਂਦੇ ਖਾਨ ਦਾ ਕਾਲ ਬੰਨ੍ਹਣਾ ਹੈ। ਇਹਦੀ ਮੌਤ ਇਸ ਲੜਕੀ ਕਰਕੇ ਹੋਣੀ ਹੈ। ਆਉਣ ਵਾਲੇ ਸਮੇਂ ਵਿੱਚ ਸਮਾਂ ਹੀ ਇਸ ਤਰ੍ਹਾਂ ਦਾ ਬਣੇਗਾ, ਇਹ ਉਹਦੀ ਧੀ ਹੀ ਉਹਦੇ ਪਿਓ ਦਾ ਕਤਲ ਦਾ ਕਾਰਨ ਬਣੇਗੀ। ਅਸੀਂ ਉਸ ਸਮੇਂ ਨੂੰ ਜਾਣ ਲਿਆ, ਜਿਹੜਾ ਸਮਾਂ ਅੱਗੇ ਆਉਣਾ ਹੈ ਉਹਨੂੰ ਅਸੀਂ ਜਾਣ ਲਿਆ ਵੀ ਇਸ ਤਰ੍ਹਾਂ ਹੋਣਾ ਹੈ। ਤੇ ਗੁਰਮੁਖੋ ਇਸੇ ਤਰ੍ਹਾਂ ਹੀ ਹੋਇਆ। ਪੈਂਦੇ ਖਾਨ ਦੀ ਧੀ ਜਵਾਨ ਹੋਈ, ਧੀ ਨੂੰ ਵਿਆਹਿਆ, ਜਵਾਈ ਘਰੇ ਲੈ ਆਇਆ, ਜਵਾਈ ਨੂੰ ਘਰੇ ਰੱਖ ਲਿਆ। ਤੇ ਜਵਾਈ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਨਾਲ ਵੈਰ ਪਾ ਲਿਆ। ਹੁਣ ਜਵਾਈ ਦਾ ਵੈਰ ਪਿਆ ਤੇ ਸਹੁਰਾ ਵੀ ਉਹਦੀ ਮਦਦ ਵਿੱਚ ਆ ਗਿਆ, ਤੇ ਫਿਰ ਸਹੁਰੇ ਦਾ ਵੈਰ ਵੀ ਪੈ ਗਿਆ ਮਹਾਰਾਜ ਦੇ ਨਾਲ। ਫਿਰ ਉਹ ਫੌਜ ਲੈ ਕੇ ਆ ਗਏ, ਫੌਜ ਲੈ ਕੇ ਆ ਗਿਆ ਤੇ ਕਰਤਾਰਪੁਰ ਦੇ ਵਿੱਚ ਪੈਂਦੇ ਖਾਨ ਮਾਰਿਆ ਗਿਆ। ਪਰ ਮੁੱਢ ਕਿੱਥੋਂ ਵੱਜਾ? ਧੀ ਹੋਈ ਹੈ ਤੇ ਜਵਾਈ ਆਇਆ, ਜਵਾਈ ਆਇਆ ਤੇ ਵੈਰ ਪਿਆ। ਐਸੀਆਂ ਕਈ ਸਾਖੀਆਂ ਨੇ। ਮੇਰੇ ਕਹਿਣ ਤੋਂ ਮਤਲਬ ਇਹ ਹੈ ਕੱਲ ਨੂੰ ਕੀ ਹੋਣਾ ਹੈ, ਅਗਲੇ ਸਾਲ ਕੀ ਹੋਣਾ, 10 ਸਾਲਾਂ ਨੂੰ ਕੀ ਹੋਣਾ, ਇਹ ਪਰਮੇਸ਼ਰ ਜਾਣਦਾ। ਜਾਂ ਪਰਮੇਸ਼ਰ ਤੋਂ ਬਿਨਾ ਫਿਰ ਗੁਰੂ ਜਾਣਦਾ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਖਿਆ ਅੱਜ ਤੋਂ 20 ਸਾਲ ਬਾਅਦ ਆ ਕੁਝ ਹੋਣਾ ਹੈ, ਇਹਦੀ ਲੜਕੀ ਜਵਾਨ ਹੋਵੇਗੀ, ਇਹਦੀ ਮੌਤ ਦਾ ਹੀ ਕਾਰਨ ਬਣੇਗਾ। ਇਸ ਪੰਕਤੀ ਦਾ ਮਤਲਬ ਇਹ ਹੈ ਕਰਤੇ ਕੀਮਤ ਕਰਤਾ ਜਾਣੈ। ਅਕਾਲ ਪੁਰਖ ਨੇ ਅੱਗੇ ਆਉਣ ਵਾਲੇ ਸਮੇਂ ਵਿੱਚ ਕੀ ਕਰਨਾ ਇਹ ਅਕਾਲ ਪੁਰਖ ਜਾਣਦਾ। ਕੈ ਜਾਣੇ ਗੁਰ ਸੂਰਾ, ਜਾਂ ਫਿਰ ਪੂਰਾ ਗੁਰੂ। ਗੁਰੂ ਹਰਗੋਬਿੰਦ ਪਾਤਸ਼ਾਹ ਵਰਗੇ ਗੁਰੂ, ਗੁਰੂ ਨਾਨਕ ਦੇਵ ਮਹਾਰਾਜ ਵਰਗੇ ਗੁਰੂ, ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗੇ ਗੁਰੂ ਜਾਣਦੇ ਨੇ ਅੱਗੇ ਆਉਣ ਵਾਲੇ ਸਮੇਂ ਵਿੱਚ ਕੀ ਹੋਣਾ। ਮਾਤਾ ਸਾਹਿਬ ਮਾਤਾ ਜੀਤੋ ਜੀ ਕਹਿਣ ਲੱਗੇ ਮਹਾਰਾਜ ਪੁੱਤਰ 4 ਨੇ, ਆਪਾਂ ਕਿੱਥੇ ਕਿੱਥੇ ਵਿਆਹਾਂਗੇ, ਕਿਵੇਂ ਕਿਵੇਂ ਵਿਆਹਾਂਗੇ, ਕੀ ਕੀ ਤਿਆਰੀਆਂ ਕਰਾਂਗੇ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਜੀਤ ਕੌਰ ਦੀ ਤੁਹਾਡੇ 4 ਪੁੱਤਰਾਂ ਦਾ ਵਿਆਹ ਨਹੀਂ ਹੋਣਾ। ਪੁੱਛਿਆ ਮਹਾਰਾਜ ਕਿਉਂ, ਕਾਰਨ ਕੀ ਹੈ? ਸਤਿਗੁਰੂ ਕਹਿਣ ਲੱਗੇ ਵੱਡੇ 2 ਪੁੱਤਰਾਂ ਦੀ ਸ਼ਹੀਦੀ ਜਿਹੜੀ ਹੈ ਚਮਕੌਰ ਦੇ ਵਿੱਚ ਲਿਖੀ ਹੋਈ ਹੈ। ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਉੱਥੇ ਸ਼ਹੀਦੀ ਪਾਉਣਗੇ। ਤੇ ਛੋਟੇ 2 ਪੁੱਤਰਾਂ ਦੀ ਸ਼ਹੀਦੀ ਜਿਹੜੀ ਹੈ ਨਾ ਉਹ ਸਰਹੰਦ ਦੀਆਂ ਕੰਧਾਂ ਵਿੱਚ ਜਾ ਕੇ ਹੋਣੀ। ਇਹਨਾਂ 4 ਨੇ ਸ਼ਹੀਦੀ ਪਾਉਣੀ ਹੈ। ਵਿਆਹ ਵਾਲਾ ਸੁਪਨਾ ਨਾ ਵੇਖ, ਵਿਆਹ ਨਹੀਂ ਹੋਣਾ, ਪਰਿਵਾਰ ਨੇ ਖੇਰੂ ਖੇਰੂ ਹੋਣਾ ਆਉਣ ਵਾਲੇ ਸਮੇਂ ਵਿੱਚ। ਜਦੋਂ ਇਹ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖੇ ਤੇ ਮਾਤਾ ਜੀਤਾ ਜੀਆਂ ਨੇ ਹੱਥ ਜੋੜੇ, ਕਹਿਣ ਲੱਗੇ ਸਤਿਗੁਰੂ ਫਿਰ ਇਹ ਸਮਾਂ ਅਸੀਂ ਆਪਣੇ ਅੱਖਾਂ ਨਾਲ ਵੇਖ ਨਹੀਂ ਸਕਦੇ ਵੀ ਸਾਡੇ ਇਹ ਨਿੱਕੇ ਨਿੱਕੇ ਬੱਚੇ ਜਾ ਕੇ ਪੋਹ ਦੀਆਂ ਠੰਡੀਆਂ ਰਾਤਾਂ ਦੇ ਵਿੱਚ ਜਾ ਕੇ ਸਰਹੰਦ ਦੀਆਂ ਨੀਆਂ ਵਿੱਚ ਚਿਣੇ ਜਾਣ, ਸੋਟੀਆਂ ਦੇ ਨਾਲ ਕੁੱਟੇ ਜਾਣ, ਪੱਥਰਾਂ ਦੇ ਨਾਲ ਇਹਨਾਂ ਦੇ ਸਰੀਰ ਭੰਨੇ ਜਾਣ, ਭੁੱਖੇ ਤੇ ਪਿਆਸੇ ਇਹਨਾਂ ਨੂੰ ਰੱਖਿਆ ਜਾਵੇ, ਤੜਪਾ ਤੜਪਾ ਕੇ ਇਹਨਾਂ ਨੂੰ ਸ਼ਹੀਦ ਕੀਤਾ ਜਾਵੇ।
ਐਸਾ ਸਮਾਂ ਅਸੀਂ ਆਪਣੀਆਂ ਅੱਖਾਂ ਨਾਲ ਵੇਖ ਨਹੀਂ ਸਕਦੇ। ਫਿਰ ਮਹਾਰਾਜ ਸਾਨੂੰ ਆਗਿਆ ਦਿਓ ਅਸੀਂ ਸੱਚਖੰਡ ਨੂੰ ਜਾਈਏ। ਅਸੀਂ ਪਹਿਲਾਂ ਹੀ ਸਰੀਰ ਛੱਡ ਜਾਵਾਂਗੇ, ਵੇਖਾਂਗੇ ਨਹੀਂ। ਤੇ ਗੁਰਮੁਖੋ ਇਤਿਹਾਸ ਦਾ ਬਚਨ ਇਹ ਹੈ, ਮਾਤਾ ਜੀਤੋ ਜੀ ਆਪਣਾ ਸਰੀਰ ਛੱਡ ਗਏ। ਹੁਣ ਇਹ ਸਾਖੀ ਵੀ ਇਹ ਗੱਲ ਸਿੱਧ ਕਰਦੀ ਹੈ ਕਿ ਜਿਹੜਾ ਆਉਣ ਵਾਲੇ ਸਮੇਂ ਵਿੱਚ ਕੁਝ ਹੋਣਾ ਸੀ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਤਾ ਸੀ ਵੀ ਸਮਾਂ ਅੱਗੇ ਇਸ ਤਰ੍ਹਾਂ ਦਾ ਹੋਣਾ ਹੈ। ਪੁੱਤਰਾਂ ਦੇ ਦੁਨਿਆਵੀ ਵਿਆਹ ਨਹੀਂ ਹੋਣੇ ਤੇ ਲਾੜੀ ਮੌਤ ਨੂੰ ਵਿਆਹਣਗੇ। ਪਰਮੇਸ਼ਰ ਨੇ ਕੀ ਕਰਨਾ ਹੈ ਪਰਮੇਸ਼ਰ ਜਾਣਦਾ ਹੈ, ਜਾਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਗੁਰੂ ਜਾਣਦਾ ਵੀ ਸਾਡੇ ਬੱਚਿਆਂ ਨਾਲ 10 ਸਾਲਾਂ ਨੂੰ ਕੀ ਹੋਣਾ ਹੈ। ਕਿਉਂਕਿ ਗੁਰੂ ਤੇ ਪਰਮੇਸ਼ਰ ਇੱਕ ਹੈ। ਇੱਕ ਸਾਖੀ ਹੋਰ ਆਉਂਦੀ ਹੈ, ਇਤਿਹਾਸ ਦੇ ਬਚਨ ਤਾਂ ਤੁਹਾਡੇ ਨਾਲ ਸਾਂਝੇ ਕੀਤੇ ਨੇ, ਤੁਹਾਨੂੰ ਚੰਗੀ ਤਰ੍ਹਾਂ ਇਹ ਗੱਲ ਪਕੜ ਵਿੱਚ ਆ ਜਾਵੇ, ਸਮਝ ਵਿੱਚ ਪੈ ਜਾਵੇ। ਜਿਸ ਦਿਨ ਭਾਈ ਲਹਿਣਾ ਸਾਹਿਬ ਜੀ ਪਹਿਲੇ ਦਿਨ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਮਿਲਣ ਗਏ, ਇਹ ਸਾਖੀ ਤੁਸੀਂ ਕਈ ਵਾਰੀ ਸਰਵਣ ਕੀਤੀ ਹੈ। ਮਿਲਣ ਗਏ, ਗੁਰੂ ਨਾਨਕ ਦੇਵ ਪਾਤਸ਼ਾਹ ਰਸਤੇ ਵਿੱਚ ਹੀ ਮਿਲ ਪਏ, ਪਹਿਲਾਂ ਹੀ ਮਿਲ ਪਏ। ਤੇ ਭਾਈ ਲਹਿਣਾ ਸਾਹਿਬ ਨੇ ਪੁੱਛਿਆ, ਕਹਿਣ ਲੱਗੇ ਮਹਾਰਾਜ ਐ ਮਹਾਤਮਾ ਜੀ, ਐ ਬਜ਼ੁਰਗੋ, ਮੈਨੂੰ ਇਹ ਦੱਸੋ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਕਿੱਥੇ ਰਹਿੰਦੇ ਨੇ। ਹੁਣ ਜਿਨ੍ਹਾਂ ਤੋਂ ਪੁੱਛਿਆ ਉਹ ਹੈ ਗੁਰੂ ਨਾਨਕ ਦੇਵ ਆਪ ਹੀ, ਸਾਨੂੰ ਉਹਨਾਂ ਨੂੰ ਹੀ ਪੁੱਛ ਲਿਆ ਜਾ ਕੇ ਵੀ ਗੁਰੂ ਨਾਨਕ ਦੇਵ ਕਿੱਥੇ ਰਹਿੰਦੇ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਚਨ ਆਖੇ, ਕਹਿਣ ਲੱਗੇ ਭਾਈ ਪੁਰਖਾ, ਮੈਂ ਵੀ ਉਸੇ ਪਾਸੇ ਚੱਲਿਆ ਜਿੱਥੇ ਗੁਰੂ ਨਾਨਕ ਰਹਿੰਦਾ ਹੈ। ਤੂੰ ਮੇਰੇ ਪਿੱਛੇ ਪਿੱਛੇ ਤੁਰਿਆ ਆ, ਮੈਂ ਵੀ ਉਧਰ ਨੂੰ ਜਾ ਰਿਹਾ, ਤੂੰ ਵੀ ਉਸੇ ਪਾਸੇ ਆ ਜਾ, ਆਪਾਂ ਮਿਲ ਲੈਂਦੇ। ਭਾਈ ਲਹਿਣਾ ਸਾਹਿਬ ਜੀ, ਜਿਨ੍ਹਾਂ ਦਾ ਪਹਿਲਾ ਨਾਮ ਤੇ ਬਾਅਦ ਵਿੱਚ ਨਾਮ ਰੱਖਿਆ ਗਿਆ ਗੁਰੂ ਅੰਗਦ ਦੇਵ ਮਹਾਰਾਜ, ਜਦੋਂ ਚੱਲਦਿਆਂ ਚੱਲਦਿਆਂ ਧਰਮਸ਼ਾਲਾ ਕੋਲ ਪਹੁੰਚੇ ਨਾ, ਤੇ ਭਾਈ ਲਹਿਣਾ ਜੀ ਬਾਹਰ ਘੋੜਾ ਬੰਨਣ ਲੱਗ ਪਏ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਅੱਗੇ ਜਾ ਕੇ ਸੰਗਤ ਵਿੱਚ ਬੈਠ ਗਏ। ਤੇ ਭਾਈ ਲਹਿਣਾ ਸਾਹਿਬ ਜੀ ਜਦੋਂ ਅੰਦਰ ਗਏ ਤੇ ਵੇਖਦੇ ਵੀ ਇਹ ਤੇ ਉਹੀ ਗੁਰੂ ਨਾਨਕ ਹੈ ਜਿਹਨੂੰ ਮੈਂ ਰਾਹ ਪੁੱਛਿਆ। ਇਹ ਰਾਹ ਦੱਸਣ ਵਾਲਾ ਵਿਅਕਤੀ ਆਪ ਹੀ ਗੁਰੂ ਹੈ, ਪਰ ਮੇਰੇ ਕੋਲੋਂ ਗਲਤੀ ਹੋਈ ਹੈ। ਮੈਂ ਘੋੜੇ ਤੇ ਚੜ੍ਹ ਕੇ ਆਇਆ, ਉੱਚੀ ਥਾਂ ਤੇ ਬੈਠ ਕੇ, ਇਹ ਮੇਰੇ ਅੱਗੇ ਪੈਦਲ ਚੱਲ ਕੇ ਆਏ, ਮੇਰੇ ਕੋਲੋਂ ਗੁਨਾਹ ਹੋ ਗਿਆ, ਮੇਰੇ ਕੋਲੋਂ ਪਾਪ ਹੋ ਗਿਆ, ਮੇਰੇ ਕੋਲੋਂ ਗਲਤੀ ਹੋ ਗਈ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਤੋਂ ਮਾਫੀ ਮੰਗੀ, ਮਹਾਰਾਜ ਮੈਨੂੰ ਮਾਫ ਕਰ ਦਿਓ, ਮੈਨੂੰ ਪਤਾ ਨਹੀਂ ਵੀ ਤੁਸੀਂ ਹੀ ਗੁਰੂ ਨਾਨਕ ਹੋ। ਮੈਂ ਘੋੜੇ ਤੇ ਚੜ੍ਹ ਕੇ ਆਇਆ, ਤੁਸੀਂ ਪੈਦਲ ਚੱਲ ਕੇ ਆਏ। ਤੇ ਜਦੋਂ ਇਹ ਬਚਨ ਸੁਣਿਆ ਨਾ ਗੁਰੂ ਨਾਨਕ ਦੇਵ ਪਾਤਸ਼ਾਹ ਨੇ, ਉਸ ਵੇਲੇ ਪੁੱਛਿਆ, ਕਹਿਣ ਲੱਗੇ ਭਾਈ ਤੁਹਾਡਾ ਨਾਮ ਕੀ ਹੈ। ਤੇ ਉਸ ਸਿੱਖ ਨੇ ਦੱਸਿਆ, ਜੀ ਮੇਰਾ ਨਾਮ ਹੈ ਭਾਈ ਲਹਿਣਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਸ ਠੀਕ ਹੈ, ਤੁਸੀਂ ਹੈ ਲੈਣਾ, ਅਸੀਂ ਹੈ ਦੇਣਾ। ਲੈਣ ਵਾਲੇ ਘੋੜਿਆਂ ਤੇ ਆਉਂਦੇ, ਦੇਣ ਵਾਲੇ ਪੈਦਲ ਆਉਂਦੇ। ਉਦੋਂ ਭਾਈ ਲਹਿਣਾ ਜੀ ਗੁਰੂ ਨਹੀਂ ਬਣੇ। ਗੁਰੂ ਬਣਨਗੇ ਕਿ ਨਹੀਂ ਬਣਨਗੇ ਵੀ ਕਿਸੇ ਨੂੰ ਨਹੀਂ ਪਤਾ, ਪਰ ਗੁਰੂ ਨਾਨਕ ਨੂੰ ਪਤਾ ਹੈ ਇਹ ਜਿਹੜਾ ਸਿੱਖ ਮੇਰੇ ਨਾਲ ਅੱਜ ਘੋੜੇ ਤੇ ਆਇਆ ਹੈ, ਗੁਰਤਾ ਗੱਦੀ ਤੇ ਇਸੇ ਨੇ ਹੀ ਬੈਠਣਾ ਹੈ, ਇਹਨੇ ਗੁਰੂ ਅੰਗਦ ਦੇਵ ਬਣਨਾ ਹੈ। ਕਹਿਣ ਤੋਂ ਭਾਵ ਇਹ ਹੈ ਪਰਮੇਸ਼ਰ ਨੇ ਕੱਲ ਨੂੰ ਕੀ ਕਰਨਾ ਹੈ ਕੇਵਲ ਪਰਮੇਸ਼ਰ ਜਾਣਦਾ ਹੈ, ਕੱਲ ਨੂੰ ਕੀ ਹੋਣਾ ਹੈ ਕੇਵਲ ਗੁਰੂ ਜਾਣਦਾ। 3 ਸਾਖੀਆਂ ਆਪਾਂ ਗੁਰੂ ਨਾਨਕ ਦੇਵ ਪਾਤਸ਼ਾਹ ਦੀ, ਗੁਰੂ ਹਰਗੋਬਿੰਦ ਮਹਾਰਾਜ ਦੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀਆਂ 3 ਸਾਖੀਆਂ ਇਹ ਗੱਲ ਨੂੰ ਸਿੱਧ ਕਰਦੀਆਂ ਵੀ ਆਉਣ ਵਾਲਾ ਸਮਾਂ ਗੁਰੂਆਂ ਨੇ ਦੱਸਿਆ ਵੀ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਹੋਵੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਸ ਪੰਕਤੀ ਦਾ ਮਤਲਬ ਇਹ ਹੈ, ਕਰਤੇ ਕੀ ਮਿਤ ਕਰਤਾ ਜਾਣੈ, ਕੱਲ ਨੂੰ ਕੀ ਕਰਨਾ ਪਰਮੇਸ਼ਰ ਜਾਣਦਾ ਹੈ। ਕਹਿ ਜਾਣੇ ਗੁਰ ਸੂਰਾ, ਕਹਿ ਤੋਂ ਭਾਵ ਹੁੰਦਾ ਜਾਂ ਫਿਰ ਪੂਰਾ ਗੁਰੂ ਜਾਣਦਾ ਵੀ ਕੱਲ ਨੂੰ ਕੀ ਹੋਣਾ ਹੈ। ਇਹਨਾਂ ਦੋਵਾਂ ਤੋਂ ਬਿਨਾ ਤੀਜਾ ਹੋਰ ਕੋਈ ਨਹੀਂ ਜਾਣਦਾ ਵੀ ਅੱਗੇ ਕੀ ਬਣਨਾ ਹੈ। ਸੋ ਭਈ ਕਰਤੇ ਕੀ ਦੀਰਘ ਵਡਿਆਈ, ਪਰਮੇਸ਼ਰ ਦੀ ਵਡਿਆਈ ਬਹੁਤ ਵੱਡੀ ਹੈ। ਪਰਮੇਸ਼ਰ ਦੀ ਵਡਿਆਈ ਦਾ ਕੋਈ ਅੰਤ ਨਹੀਂ ਹੈ। ਕਰਤਾ ਹੀ ਜਾਣੈ ਤਿਸ ਤਾਈ, ਗੁਰਮੁਖੋ ਪਰਮਾਤਮਾ ਦੀ ਵਡਿਆਈ ਕੇਵਲ ਪਰਮਾਤਮਾ ਹੀ ਜਾਣਦਾ ਹੈ। ਤੇਰੀ ਸੇਵਾ ਤੁਝ ਤੇ ਹੋਵੈ, ਅਵਰ ਨਾ ਦੂਜਾ ਕਰਤਾ। ਤੇਰੀ ਸੇਵਾ ਤੇਰੇ ਕੋਲੋਂ ਹੋ ਸਕਦੀ ਹੈ, ਦੂਜਾ ਕਰ ਹੀ ਨਹੀਂ ਸਕਦਾ। ਇਤਿਹਾਸ ਵਿੱਚ ਬਚਨ ਆਉਂਦਾ, ਗੁਰੂ ਅਮਰਦਾਸ ਮਹਾਰਾਜ ਨੇ 72 ਸਾਲ ਦੀ ਉਮਰ ਦੇ ਵਿੱਚ ਪਾਣੀ ਦੀ ਗਾਗਰ ਚੱਕ ਲਈ ਮੋਢੇ ਦੇ ਉੱਪਰ।
ਅੱਜ ਕੱਲ 72 ਸਾਲ ਨੂੰ ਹੱਥ ਲਾਉਣਾ ਬੜਾ ਔਖਾ ਹੈ। 72 ਸਾਲ ਦੀ ਉਮਰ ਵਿੱਚ ਬਿਮਾਰੀਆਂ ਇੰਨੀਆਂ ਲੱਗ ਜਾਂਦੀਆਂ, ਬਚਣਾ ਔਖਾ, ਤੁਰਨਾ ਔਖਾ ਹੋ ਜਾਂਦਾ। ਪਰ ਉਹਨਾਂ ਨੇ 72 ਸਾਲ ਦੀ ਉਮਰ ਵਿੱਚ ਗਾਗਰ ਚੁੱਕ ਲਈ ਪਾਣੀ ਚੁੱਕਣ ਵਾਸਤੇ, ਤੇ ਗਾਗਰ ਇੱਕ ਦਿਨ ਵਾਸਤੇ ਨਹੀਂ ਚੁੱਕੀ, 12 ਸਾਲ ਚੁੱਕ ਛੱਡੀ। 84 ਸਾਲ ਤੱਕ ਪਹੁੰਚ ਗਏ। 72 ਤੇ 12 84 ਸਾਲ ਤੱਕ ਪਾਣੀ ਢੋਂਦੇ ਰਹੇ। ਤੇ ਪਾਣੀ ਵੀ ਕਿਵੇਂ ਢੋਂਦੇ ਰਹੇ? ਅੰਮ੍ਰਿਤ ਵੇਲੇ। ਇਹ ਨਹੀਂ ਵੀ ਸਾਡੇ ਵਾਂਗੂ 10-11 ਵਜੇ ਸੂਰਜ ਚੜ੍ਹਿਆ ਤੇ ਚੱਲ ਪੈਣਾ, ਨਹੀਂ, ਤੜਕੇ 2 ਵਜੇ ਪਾਣੀ ਲੈਣ ਚੱਲ ਪੈਂਦੇ। 12 ਸਾਲ ਦੇ ਵਿੱਚ ਇੱਕ ਦਿਨ ਵੀ ਛੁੱਟੀ ਨਹੀਂ ਕੀਤੀ ਹੈ। ਅਸੀਂ ਨੌਕਰੀ ਕਰਦੇ ਆ ਨਾ, ਸ਼ਨੀ ਐਤਵਾਰ ਦੀ ਛੁੱਟੀ ਹੁੰਦੀ ਹੈ, ਤੇ ਵਿੱਚੋਂ ਫਰਲੋ ਜਿਹੜੀ ਉਹ ਵੱਖਰੀ ਮਾਰ ਲਈਦੀ ਹੈ। ਨਾ ਫਰਲੋ ਮਾਰੀ ਹੈ ਨਾ ਛੁੱਟੀ ਕੀਤੀ ਹੈ। 12 ਸਾਲ ਲਗਾਤਾਰ ਬਿਨ ਨਾਗਾ, ਭਾਵੇਂ ਪੋਹ ਦੀ ਰਾਤ ਹੋਵੇ ਤੇ ਭਾਵੇਂ ਜੂਨ ਦੀ ਰਾਤ ਹੋਵੇ, ਭਾਵੇਂ ਸਾਉਣ ਦੇ ਮਹੀਨੇ ਦੀ ਬਰਸਾਤ ਪੈਂਦੀ ਹੋਵੇ, ਨਾ ਬਰਸਾਤ ਦੀ ਪਰਵਾਹ ਕੀਤੀ, ਨਾ ਠੰਡ ਦੀ, ਨਾ ਗਰਮੀ ਦੀ, ਲਗਾਤਾਰ 12 ਸਾਲ ਸੇਵਾ ਕੀਤੀ। ਮਹਾਰਾਜ ਕਹਿਣ ਲੱਗੇ ਤੇਰੀ ਸੇਵਾ ਤੁਝ ਤੇ ਹੋਵੇ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਤੁਹਾਡੀ ਸੇਵਾ ਤੁਹਾਡੇ ਆਪਣੇ ਹੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਰ ਸਕਦੇ। ਗੁਰੂ ਦੀ ਸੇਵਾ ਵੀ ਗੁਰਮੁਖੋ ਗੁਰੂ ਹੀ ਕਰ ਸਕਦਾ ਹੈ, ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਮਹਾਰਾਜ ਕਹਿਣ ਲੱਗੇ ਪਰਮੇਸ਼ਰ ਜਿਹੜਾ ਹੈ ਉਹ ਆਪਣੀ ਕੀਤੇ ਨੂੰ ਆਪੇ ਜਾਣਦਾ ਹੈ। ਜੇ ਗੁਰਸੂਰਾ ਹੋਏ ਸੁਚੇਤ, ਪਰ ਪਰਮੇਸ਼ਰ ਤੋਂ ਬਿਨਾ ਇੱਕ ਗੁਰੂ ਐਸੋ ਜਿਹਾ ਜਿਹੜਾ ਸਾਵਧਾਨ ਹੋ ਕੇ ਈਸੋ ਜਾਣਤ ਹੈ ਸਭ ਹੇਤ, ਉਹ ਜਾਣਦਾ ਹੈ, ਜਾਂ ਗੁਰੂ ਜਾਣਦਾ ਜਾਂ ਪਰਮੇਸ਼ਰ ਜਾਣਦਾ ਹੈ। ਅਪਰ ਜੀ ਸੰਸਾਰੀ ਜੇਤੇ, ਉਹਦੇ ਤੋਂ ਬਿਨਾ ਜਿੰਨੇ ਸੰਸਾਰੀ ਜੀਵ ਨੇ, ਜਿਵੇਂ ਤੁਸੀਂ ਹੋ, ਮੈਂ, ਆਪਾਂ ਜਿੰਨੇ ਵੀ ਦੁਨੀਆ ਤੇ ਆਏ ਆ, ਜਿੰਨੇ ਵੀ ਦੁਨੀਆ ਦੇ ਦੁਨਿਆਵੀ ਜੀਵ ਹਨ, ਸੁਣ ਜਾਣਤ ਹੈ ਸਭ ਤੇਤੇ, ਕਿਸੇ ਨੂੰ ਕੁਝ ਨਹੀਂ ਪਤਾ। ਇੱਕ ਕੋਲੋਂ ਦੂਜੇ ਨੇ ਸੁਣਿਆ, ਦੂਜੇ ਕੋਲੋਂ ਤੀਜੇ ਨੇ ਸੁਣਿਆ, ਆਪਾਂ ਤੇ ਸੁਣੀਆਂ ਸੁਣਾਈਆਂ ਗੱਲਾਂ ਕਰਨ ਵਾਲੇ ਆ। ਪਤਾ ਕੋਈ ਨਹੀਂ ਵੀ ਕੱਲ ਨੂੰ ਕੀ ਹੋਣਾ। ਕੱਲ ਨੂੰ ਜੋ ਹੋਣਾ ਪਰਮੇਸ਼ਰ ਨੂੰ ਪਤਾ, ਗੁਰੂ ਨੂੰ ਪਤਾ। ਇਹਨਾਂ ਦੋਵਾਂ ਤੋਂ ਬਿਨਾ ਕਿਸੇ ਨੂੰ ਕੁਝ ਨਹੀਂ ਪਤਾ। ਹਾਂ, ਕੋਈ ਸੁਣੀ ਸੁਣਾਈ ਗੱਲ ਕਰ ਦੇਵੇ ਤੇ ਉਹ ਵੱਖਰੀ ਗੱਲ ਹੈ। ਜੇ ਸਤਿਗੁਰ ਨਹਿ ਲਖੈ ਵਡਾਈ, ਪਰ ਸਿੱਖ ਨੇ ਗੁਰਮੁਖੋ ਪੰਕਤੀ ਇਹ ਪੜ੍ਹੀ ਹੈ, ਪੰਕਤੀ ਦਾ ਅਰਥ ਇਸ ਤਰ੍ਹਾਂ ਬਣਾ ਦਿੱਤਾ ਸਿੱਖ ਨੇ, ਲਿਖਿਆ ਹੈ ਕਰਤੇ ਕੀਮਤ ਕਰਤਾ ਜਾਣੇ, ਕੈ ਜਾਣੇ ਗੁਰ ਸੂਰਾ। ਪਰ ਸਿੱਖ ਨੇ ਪੜ੍ਹ ਦਿੱਤਾ ਕਰਤੇ ਕੀਮਤ ਕਰਤਾ ਜਾਣੇ, ਕੇ ਜਾਣੇ ਗੁਰ ਸੂਰਾ। ਪੰਕਤੀ ਉਹੀ ਹੈ, ਬਸ ਕੇ ਤੇ ਕੈ ਦੇ ਵਿੱਚ ਫਰਕ ਪਾਇਆ। ਕੱਕੇ ਨੂੰ ਲਾਵਾਂ ਕੇ, ਕੱਕੇ ਨੂੰ ਦਲਾਵਾਂ ਕੈ। ਮਹਾਰਾਜ ਨੇ ਪੰਕਤੀ ਲਿਖੀ ਹੈ ਕੱਕੇ ਨੂੰ ਦਲਾਵਾਂ ਕੈ, ਕੈ ਜਾਣੇ ਗੁਰ ਸੂਰਾ। ਪਰ ਸਿੱਖ ਨੇ ਪੜ੍ਹਿਆ ਕੇ ਜਾਣੇ ਗੁਰ ਸੂਰਾ। ਇੱਕ ਲਗ ਮਾਤਰਾ ਦਾ ਫਰਕ ਪਾ ਬੈਠਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੇਰੀ ਇੱਕ ਲਗ ਨੇ ਅਰਥ ਬਣਾ ਦਿੱਤਾ ਹੈ। ਪਰਮੇਸ਼ਰ ਆਪਣੀ ਮਰਿਆਦਾ ਨੂੰ ਆਪ ਜਾਣਦਾ ਹੈ। ਕੱਲ ਨੂੰ ਕੀ ਹੋਣਾ ਇਹ ਪਰਮੇਸ਼ਰ ਜਾਣਦਾ ਹੈ। ਪਰਮੇਸ਼ਰ ਤੋਂ ਬਿਨਾ ਗੁਰੂ ਕੁਝ ਵੀ ਨਹੀਂ ਜਾਣਦਾ। ਹੁਣ ਗੁਰਮੁਖੋ ਅਰਥ ਤੇ ਇਹ ਹੈ ਨਾ ਵੀ ਪਰਮੇਸ਼ਰ ਜਾਣਦਾ ਜਾਂ ਗੁਰੂ ਜਾਣਦਾ। ਪਰ ਸਿੱਖ ਨੇ ਜਿਸ ਤਰ੍ਹਾਂ ਪੜ੍ਹਿਆ ਉਹਦਾ ਮਤਲਬ ਇਹ ਬਣਦਾ ਸੀ ਪਰਮੇਸ਼ਰ ਤੇ ਆਪਣੀ ਮਰਿਆਦਾ ਨੂੰ ਜਾਣਦਾ ਵੀ ਕੱਲ ਨੂੰ ਕੀ ਹੋਣਾ। ਪਰ ਪਰਮੇਸ਼ਰ ਤੋਂ ਬਿਨਾ ਗੁਰੂ ਨੂੰ ਨਹੀਂ ਪਤਾ ਵੀ ਕੱਲ ਨੂੰ ਕੀ ਹੋਣਾ। ਜੇ ਗੁਰੂ ਨੂੰ ਨਹੀਂ ਪਤਾ ਕੱਲ ਨੂੰ ਕੀ ਹੋਣਾ ਹੈ ਤੇ ਭਾਈ ਲਹਿਣੇ ਨੂੰ ਕਿਵੇਂ ਕਹਿ ਦਿੱਤਾ ਵੀ ਤੁਸੀਂ ਲੈਣਾ ਤੇ ਅਸੀਂ ਦੇਣਾ ਹੈ। ਜੇ ਗੁਰੂ ਨੂੰ ਨਹੀਂ ਪਤਾ ਕੱਲ ਨੂੰ ਕੀ ਹੋਣਾ ਤੇ ਮਾਤਾ ਜੀਤੋ ਜੀ ਨੂੰ ਕਿਵੇਂ ਕਹਿ ਦਿੱਤਾ ਤੇਰੇ ਪੁੱਤਰਾਂ ਦਾ ਵਿਆਹ ਸੰਸਾਰੀ ਨਹੀਂ ਹੋਣਾ, ਇਹ ਤੇ ਮੌਲ ਲਾੜੀ ਨੂੰ ਵਿਆਹਣਗੇ। ਜੇ ਗੁਰੂ ਨੂੰ ਨਹੀਂ ਪਤਾ ਕੱਲ ਨੂੰ ਕੀ ਹੋਣਾ ਹੈ ਜਾਂ ਨਹੀਂ ਕੁਝ ਹੋਣਾ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਿਉਂ ਆਖਿਆ ਪੈਂਦੇ ਖਾਂ ਦੀ ਧੀ ਪੈਂਦੇ ਖਾਂ ਦਾ ਕਾਲ ਬਣੇਗੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਿੱਖਾ ਤੂੰ ਇੱਕ ਨਿੱਕੀ ਜੀ ਗਲਤੀ ਕੀਤੀ ਹੈ। ਕੈ ਨੂੰ ਕੇ ਪੜਿਆ, ਤੇਰੇ ਕੈ ਨੂੰ ਕੇ ਪੜਨ ਕਰਕੇ ਅਰਥ ਬਦਲ ਗਿਆ। ਅਰਥ ਬਦਲਣ ਕਰਕੇ ਭਾਵ ਇਹ ਬਣ ਗਿਆ ਵੀ ਗੁਰੂ ਕੁਝ ਨਹੀਂ ਜਾਣਦਾ। ਤੇ ਜੇ ਗੁਰੂ ਕੁਝ ਨਹੀਂ ਜਾਣਦਾ ਤੇ ਆਪਾਂ ਕੀ ਲੈਣ ਆਏ ਆ ਇੱਥੇ? ਆਪਾਂ ਘਰੇ ਬੈਠੀਏ ਜਾ ਕੇ। ਗੁਰੂ ਤੇ ਕੁਝ ਵੀ ਨਹੀਂ ਜਾਣਦਾ, ਗੁਰੂ ਨੂੰ ਤੇ ਪਤਾ ਹੀ ਕੁਝ ਨਹੀਂ ਹੈ। ਜੇ ਗੁਰੂ ਨੂੰ ਪਤਾ ਕੁਝ ਨਹੀਂ, ਗੁਰੂ ਕਰਨ ਜੋਗਾ ਕੱਖ ਨਹੀਂ, ਫਿਰ ਆਪਾਂ ਕਾਹਤੋਂ ਆਏ? ਆਪਾਂ ਤਾਂ ਆਏ ਆ ਗੁਰੂ ਸਮਰੱਥ ਹੈ, ਜੋ ਚਾਹਵੇ ਗੁਰੂ ਕਰ ਸਕਦਾ, ਜੋ ਚਾਹਵੇ ਕਰਵਾ ਵੀ ਸਕਦਾ। ਅਸੀਂ ਤਾਂ ਆਏ ਆ। ਗੁਰਮੁਖੋ ਇਹ ਸਿੱਖ ਨੇ ਕੇਵਲ ਇੱਕ ਮਾਤਰਾ ਦਾ ਫਰਕ ਪਾਇਆ। ਹੁਣ ਆਪਾਂ ਸਾਰੇ ਜਣੇ ਜਪਜੀ ਸਾਹਿਬ ਦਾ ਪਾਠ ਕਰਦੇ ਆਂ।
ਆਪਾਂ ਸਾਰੇ ਜਾਣੇ ਸੁਖਮਨੀ ਸਾਹਿਬ ਦਾ ਵੀ ਪਾਠ ਕਰਦੇ ਹਾਂ, ਤੁਹਾਡੇ ਵਿੱਚੋਂ ਬਹੁਤੇ ਹੋਣਗੇ ਸਹਿਜ ਪਾਠ ਵੀ ਕਰਦੇ ਹੋਣਗੇ। ਹੁਣ ਤੁਸੀਂ ਆਪਣੇ ਮਨ ਦੇ ਵਿੱਚ ਇੰਨੀ ਗੱਲ ਸੋਚ ਕੇ ਵੇਖੋ ਵੀ ਆਪਾਂ ਕਿੰਨੀਆਂ ਕੁ ਲਗਾ ਮਾਤਰਾ ਲਾ ਕੇ ਬਾਣੀ ਪੜ੍ਹਦੇ ਹਾਂ ਤੇ ਕਿੰਨੀਆਂ ਕੁ ਲਗਾ ਮਾਤਰਾ ਅਸੀਂ ਛੱਡ ਜਾਂਦੇ ਹਾਂ। ਉਹ ਸਾਨੂੰ ਪਤਾ ਲੱਗੇਗਾ ਵੀ ਮੈਂ ਕਿੱਥੇ ਕੁ ਖੜਾ ਹੋਇਆ। ਲਗਾ ਮਾਤਰਾ ਉਹਨਾਂ ਚਿਰ ਨਹੀਂ ਲੱਗਦੀਆਂ ਜਿੰਨਾ ਚਿਰ ਸਿੱਖੀਆਂ ਨਹੀਂ ਜਾਂਦੀਆਂ, ਜਿੰਨਾ ਚਿਰ ਪਤਾ ਨਹੀਂ ਨਾ ਵੀ ਲਗਾ ਮਾਤਰਾ ਲਾਉਣੀ ਕਿਵੇਂ ਆ, ਇਹਦੀ ਆਵਾਜ਼ ਕਿਵੇਂ ਆਉਣੀ ਹੈ। ਜਾਓ ਭਾਵੇਂ ਕਿਸੇ ਸਕੂਲ ਦਾ ਪ੍ਰਿੰਸੀਪਲ ਵੀ ਫੜ ਕੇ ਲੈ ਆਓ, ਜੇ ਉਹਨੇ ਲਗਾ ਮਾਤਰਾ ਲਾਉਣੀਆਂ ਨਹੀਂ ਸਿੱਖੀਆਂ ਤੇ ਇੰਨਾ ਪੜ੍ਹਿਆ ਹੋਇਆ ਵਿਅਕਤੀ ਵੀ ਜਪਜੀ ਸਾਹਿਬ ਦਾ ਪਾਠ ਸ਼ੁੱਧ ਨਹੀਂ ਜੇ ਕਰ ਸਕਦਾ। ਅਖਬਾਰ ਪੜ੍ਹਨ ਦੇ ਵਿੱਚ, ਰਸਾਲਾ ਪੜ੍ਹਨ ਦੇ ਵਿੱਚ ਤੇ ਗੁਰਬਾਣੀ ਪੜ੍ਹਨ ਦੇ ਵਿੱਚ ਫਰਕ ਹੈ, ਪਰ ਉਹ ਤਾਂ ਪੜ੍ਹੀ ਜਾਂਦੀ ਹੈ ਜੇ ਸਿੱਖੀ ਹੋਵੇ, ਸਿੱਖੇ ਬਿਨਾਂ ਨਹੀਂ ਪੜ੍ਹੀ ਜਾਏ। ਜਦੋਂ ਇਹ ਬਚਨ ਮਹਾਰਾਜ ਨੇ ਆਖਿਆ ਤੇ ਸੰਗਤ ਨੇ ਫਿਰ ਸਵਾਲ ਕੀਤਾ, ਮਹਾਰਾਜ ਸਾਡੀ ਥੋੜੀ ਗਲਤੀ ਹੈ। ਮਹਾਰਾਜ ਹੈਰਾਨ ਹੋ ਗਿਆ, ਕਮਾਲ ਹੈ, ਨਾਲੇ ਗਲਤੀ ਕਰਦੇ ਨਾਲੇ ਆਖਦੇ ਗਲਤੀ ਸਾਡੀ ਨਹੀਂ ਹੈ। ਸਤਿਗੁਰੂ ਕਹਿਣ ਲੱਗੇ ਕਾਰਨ, ਤੇ ਸੰਗਤ ਨੇ ਸਵਾਲ ਕੀਤਾ, ਮਹਾਰਾਜ ਤੁਸੀਂ ਸਾਨੂੰ ਬਾਣੀ ਪੜ੍ਹਨੀ ਸਿਖਾਈ ਨਹੀਂ, ਜਦੋਂ ਸਿਖਾਈ ਨਹੀਂ ਤੇ ਸਾਨੂੰ ਕਿੱਥੋਂ ਆਵੇ। ਮਹਾਰਾਜ ਨੇ ਸੋਚਿਆ ਵੀ ਕਹਿੰਦੇ ਤੇ ਠੀਕ ਹੀ ਪਏ ਨੇ, ਪੜ੍ਹਨੀ ਤੇ ਇਹਨਾਂ ਨੇ ਨਹੀਂ, ਆਪਾਂ ਨੂੰ ਪਤਾ ਹੀ ਹੈ। ਮਹਾਰਾਜ ਨੂੰ ਪਤਾ ਵੀ ਪੜ੍ਹਨੀ ਤੇ ਹੈ ਨਹੀਂ ਇਹਨਾਂ ਨੇ, ਪਰ ਇਹਨਾਂ ਕੋਲ ਇੱਕ ਬਹਾਨਾ ਹੈ ਵੀ ਗੁਰੂ ਨੇ ਸਿਖਾਈ ਨਹੀਂ ਹੈ। ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ, ਸਮਾਂ ਆਵੇਗਾ, ਅਸੀਂ ਜਦੋਂ ਆਪਣੇ ਲੱਕ ਦਾ ਕਮਰ ਕੱਸਾ ਖੋਲਾਂਗੇ ਨਾ, ਜੰਗ ਤੋਂ ਵਿਹਲੇ ਹੋਵਾਂਗੇ, ਫਿਰ ਤੁਹਾਨੂੰ ਬਾਣੀ ਪੜ੍ਹਨੀ ਸਿਖਾਵਾਂਗੇ। ਤੇ ਗੁਰਮੁਖੋ ਫਿਰ ਜਿਸ ਵੇਲੇ ਮਹਾਰਾਜ ਜੀ ਪਹੁੰਚੇ ਨਾ ਦਮਦਮਾ ਸਾਹਿਬ ਦੀ ਧਰਤੀ ਤੇ, ਤਲਵੰਡੀ ਸਾਬੋ ਕੀ ਤਲਵੰਡੀ ਬਠਿੰਡੇ ਦੇ ਨੇੜੇ, ਉੱਥੇ ਗੁਰਦੁਆਰਾ ਸਾਹਿਬ ਤਖਤ ਸਾਹਿਬ ਹੈ ਜਿਸ ਨੂੰ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਕਿਹਾ ਜਾਂਦਾ। ਜਦੋਂ ਮਹਾਰਾਜ ਉੱਥੇ ਪਹੁੰਚੇ ਤੇ ਸਿੱਖਾਂ ਨੇ ਫਿਰ ਬਚਨ ਚੇਤੇ ਕਰਾਇਆ, ਮਹਾਰਾਜ ਤੁਸੀਂ ਅਨੰਦਪੁਰ ਸਾਹਿਬ ਆਖਿਆ ਸੀ ਵੀ ਬਾਣੀ ਪੜ੍ਹਨੀ ਸਿਖਾਵਾਂਗੇ ਤੇ ਸਿਖਾਓ। ਫਿਰ ਮਹਾਰਾਜ ਨੇ ਉੱਥੇ, ਤੁਸੀਂ ਜਾਂਦੇ ਹੋ ਗੁਰਦੁਆਰਾ ਸਾਹਿਬ ਬਣਿਆ ਹੋਇਆ ਲਿਖਣਸਰ ਸਾਹਿਬ ਤਖਤ ਸਾਹਿਬ ਦੇ ਨਾਲ ਹੀ, ਜਿੱਥੇ ਆਪਾਂ ਅੱਜ ਵੀ ਬੱਚੇ ਊੜਾ ਐੜਾ ਲਿਖ ਕੇ ਆਉਂਦੇ, ABC ਲਿਖ ਕੇ ਆਉਂਦੇ। ਇੱਥੇ ਫਿਰ ਮਹਾਰਾਜ ਨੇ ਬੈਠ ਕੇ ਨਾਲੇ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਵਾਇਆ, ਨਾਲੇ ਸਿੱਖਾਂ ਨੂੰ ਬਿਠਾ ਕੇ ਮਹਾਰਾਜ ਨੇ ਬਾਣੀ ਲਿਖਣੀ, ਬਾਣੀ ਪੜ੍ਹਨੀ ਤੇ ਬਾਣੀ ਦੇ ਅਰਥ ਕਰਨੇ ਸਿਖਾਏ ਮਹਾਰਾਜ ਨੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ। ਨਾਲ ਹੀ ਮਹਾਰਾਜ ਨੇ ਵਰ ਦਿੱਤਾ, ਕਹਿਣ ਲੱਗੇ ਇੱਥੇ ਬੈਲ ਬੁੱਧੀ ਵਾਲਾ ਵੀ ਆਵੇਗਾ ਨਾ, ਬੈਲ ਆਪਾਂ ਕਹਿ ਲਈਏ ਪਸ਼ੂ ਅਕਲ ਵਾਲਾ, ਪਸ਼ੂ ਦੇ ਸਮਾਨ ਵੀ ਜਿਹਦੀ ਅਕਲ ਹੋਵੇਗੀ ਨਾ, ਮੋਟੀ ਮੱਤ ਵਾਲਾ, ਜੇ ਉਹ ਵੀ ਕੋਈ ਆ ਕੇ ਇੱਥੇ ਊੜਾ ਐੜਾ ਲਿਖ ਦੇਵੇਗਾ, ਉਹ ਵੀ ਗਿਆਨੀ ਬਣ ਜਾਵੇਗਾ। ਇਹ ਗੁਰੂ ਗੋਬਿੰਦ ਸਿੰਘ ਨੇ ਉੱਥੇ ਵਰ ਦਿੱਤਾ। ਹੁਣ ਆਪਾਂ ਦਮਦਮਾ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਆ, ਉੱਥੇ ਆਪਾਂ ਊੜਾ ਐੜਾ ਈੜੀ ਲਿਖ ਕੇ ਆਉਂਦੇ ਆ, ਉੱਥੇ ਗੁਰੂ ਦਾ ਵਰ ਹੈ, ਇੱਥੇ ਮੋਟੀ ਮੱਤ ਵਾਲਾ ਵੀ ਆ ਕੇ ਲਿਖੇਗਾ, ਉਹ ਵਿਦਿਆ ਨੂੰ ਪ੍ਰਾਪਤ ਹੋਵੇਗਾ। ਇਸੇ ਪੰਕਤੀ ਨੇ, ਜਿਹੜੀ ਪੰਕਤੀ ਦੇ ਆਪਾਂ ਅੱਜ ਅਰਥ ਸਰਵਣ ਕੀਤੇ, ਇਸੇ ਨੇ ਸਾਨੂੰ ਗੁਰਬਾਣੀ ਦੇ ਅਰਥ ਕਰਨੇ, ਗੁਰਬਾਣੀ ਪੜ੍ਹਨੀ, ਇਹ 10ਵੇਂ ਪਾਤਸ਼ਾਹ ਨੇ ਦਮਦਮਾ ਸਾਹਿਬ ਦੇ ਵਿੱਚ ਦਾਤ ਬਖਸ਼ੀ। ਅੱਜ ਵੀ ਸੰਗਤਾਂ ਉੱਥੇ ਦਰਸ਼ਨ ਕਰਦੀਆਂ, ਗੁਰੂ ਘਰ ਬਣਿਆ ਹੋਇਆ, ਉੱਥੇ ਇਤਿਹਾਸ ਵੀ ਲਿਖਿਆ ਹੋਇਆ। ਜਦੋਂ ਕਿਤੇ ਜਾਓਗੇ ਇਤਿਹਾਸ ਪੜ੍ਹ ਕੇ ਵੇਖਿਓ, ਜਿਸ ਤਰ੍ਹਾਂ ਤੁਹਾਨੂੰ ਸਰਵਣ ਕਰਵਾਇਆ ਬਿਲਕੁਲ ਇਸੇ ਤਰ੍ਹਾਂ ਹੀ ਉੱਥੇ ਲਿਖਿਆ ਹੋਇਆ। ਇਹ ਤਾਂ ਉੱਥੇ ਆਪਾਂ ਊੜਾ ਐੜਾ ਲਿਖ ਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰਦੇ, ਗੁਰੂ ਦਾ ਵਰ ਪ੍ਰਾਪਤ ਕਰਦੇ ਹਾਂ। ਬਾਕੀ ਮਹਾਰਾਜ ਨੇ ਸਿੱਖ ਨੂੰ ਕੀ ਆਖਿਆ, ਹੋਰ ਕਿਹੜੇ ਕਿਹੜੇ ਬਚਨ ਸੰਗਤ ਨੂੰ ਮਹਾਰਾਜ ਗੁਰਬਾਣੀ ਕਿਵੇਂ ਪੜ੍ਹਨੀ ਹੈ, ਗੁਰਬਾਣੀ ਕੀ ਫਲ ਦਿੰਦੀ ਹੈ, ਉਹ ਕਿਵੇਂ ਦੱਸਦੇ ਨੇ, ਉਹ ਕੱਲ ਵਾਲੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਲੇਖੈ ਕਤਹਿ ਨਾ ਛੁਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਕੇਸ